ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੱਕਦੀਆਂ ਖਬਰਾਂ ਵਿੱਚ ਇੱਕ ਵਾਰ ਕੁਲਵੀਰ ਚੰਦ ਵੱਲੋਂ ਫਿਰ ਤੋਂ ਸਵਾਗਤ ਹੈ। ਮੇਰੇ ਨਾਲ ਮੇਰੇ ਸਾਰੇ ਸਾਥੀ ਪੈਨਲਿਸਟ ਜੁੜੇ ਹੋਏ ਨੇ ਜੀ, ਸੀਪੀ ਸਿੰਘ ਜੀ, ਅਜੀਤ ਜੀ, ਸ਼ਬਦੀਤ ਜੀ ਤੇ ਦਿਲਰਾਜ ਜੀ। ਅਸੀਂ ਗੱਲਬਾਤ ਕਰ ਰਹੇ ਸੀਗੇ ਜੀ ਭਾਰਤ ਦੇ ਵਿੱਚ ਜੋ 500 ਤੇ 1000 ਦੇ ਨੋਟ ਬੰਦ ਕਰਕੇ 2000 ਦੇ ਨੋਟ ਲਾਂਚ ਕੀਤੇ ਗਏ ਸੀ, ਉਸ ਤੋਂ ਬਾਅਦ ਹੁਣ ਤੇ 500 ਦੇ ਨੋਟ ਵੀ ਮਾਰਕੀਟ ਵਿੱਚ ਨਵੇਂ ਆ ਚੁੱਕੇ ਨੇ। ਬਲੈਕ ਮਨੀ ਨੂੰ ਖਤਮ ਕਰਨ ਵਾਸਤੇ ਬੀਜੇਪੀ ਦੀ ਸਰਕਾਰ ਮੋਦੀ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਸੀ, ਉਹਦੇ ਸੰਬੰਧੀ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰ ਰਹੇ ਸੀ। ਪਰ ਜੋ ਹਾਲਾਤ ਉੱਥੇ ਬਣੇ ਹੋਏ ਨੇ ਉਹਨਾਂ ਹਾਲਾਤਾਂ ਨੂੰ ਭੁਨਾਉਣ ਦੇ ਲਈ ਅਸੀਂ ਪਹਿਲਾਂ ਗੱਲਬਾਤ ਕੀਤੀ ਕਿ ਕਾਂਗਰਸ ਵੀ ਜੋ ਤਕਲੀਫਾਂ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈ ਰਿਹਾ ਜਾਂ ਜਿਸ ਤਰੀਕੇ ਦਾ ਮਾਹੌਲ ਉੱਥੇ ਬਣਿਆ ਹੋਇਆ ਉਹਦੇ ਤੋਂ ਕਿਤੇ ਨਾ ਕਿਤੇ ਆਪਣਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਹਨੂੰ ਕਾਫੀ ਤਿੱਖਾ ਪ੍ਰਤੀਕਰਮ ਇਹਦੇ ਉੱਪਰ ਦੇਖਣ ਨੂੰ ਮਿਲਿਆ। ਉਹਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਜਿਹੜਾ ਹੈਗਾ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਗਿਆ। ਉਹਨਾਂ ਨੇ ਬੀਜੇਪੀ ਦੇ ਉੱਪਰ ਇਹ ਵੀ ਇਲਜ਼ਾਮ ਲਗਾਏ ਕਿ ਉਹਨਾਂ ਨੇ ਇਹ ਜਿਹੜਾ ਮੈਚ ਖੇਡਿਆ ਇਹ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਫਿਕਸ ਕਰਕੇ ਖੇਡਿਆ। ਉਹਨਾਂ ਨੇ ਬੀਜੇਪੀ ਦੇ ਆਪਣੇ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਇਹਦੀ ਇਨਫੋਰਮੇਸ਼ਨ ਪਹਿਲਾਂ ਦੇ ਦਿੱਤੀ ਗਈ ਸੀ। ਜਿਹੜੇ ਮੋਦੀ ਸਾਹਿਬ ਦੇ ਨੇੜਲੇ ਕਾਰਪੋਰੇਟ ਹਾਊਸਿਸ ਹੈਗੇ ਜਾਂ ਬਿਜ਼ਨਸਮੈਨ ਹੈਗੇ ਆ, ਅਰਵਿੰਦ ਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਿਹੜੀ ਇਹਦੀ ਇਨਫੋਰਮੇਸ਼ਨ ਪਹਿਲਾਂ ਦੇ ਦਿੱਤੀ ਗਈ ਸੀ। ਉਹਨਾਂ ਨੇ ਇੱਕ ਨਿਊਜ਼ਪੇਪਰ ਦਾ ਹਵਾਲਾ ਦੇ ਕੇ ਇਹ ਵੀ ਕਿਹਾ ਕਿ ਇਹ ਖਬਰ ਬਾਹਰ ਆ ਚੁੱਕੀ ਸੀ ਕਿ 2000 ਦਾ ਨੋਟ ਜਿਹੜਾ ਹੈ ਲਾਂਚ ਹੋਣਾ। ਇਹਦੇ ਉੱਪਰ ਕਾਫੀ ਸਿਆਸਤ ਜਿਹੜੀ ਹੈਗੀ ਹੈ ਜੇ ਆਪਾਂ ਕਹੀਏ ਗਰਮਾਈ ਹੋਈ ਹੈ। ਜੇ ਆਪਾਂ ਬਿਆਨਬਾਜ਼ੀ ਦੀ ਗੱਲ ਕਰੀਏ ਤਾਂ ਸਭ ਤੋਂ ਅੱਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਲਗਾਤਾਰ ਜਿੱਦਣ ਤੋਂ ਪਿਛਲੇ 4 ਦਿਨਾਂ ਤੋਂ ਜਿਹੜਾ ਹੈ ਇਹਦੇ ਉੱਪਰ ਮੋਦੀ ਦੇ ਉੱਪਰ ਹਮਲੇ ਕਰ ਰਹੇ ਨੇ। ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਬਹੁਤ ਵੱਡਾ ਸਕੈਮ ਭਾਰਤੀਆਂ ਦੇ ਨਾਲ ਕੀਤਾ ਗਿਆ, ਇਹ ਕਰਪਸ਼ਨ ਨੂੰ ਰੋਕਣ ਦਾ ਸਹੀ ਤਰੀਕਾ ਨਹੀਂ ਹੈਗਾ, ਇਹਦੀ ਇੰਪਲੀਮੈਂਟੇਸ਼ਨ ਸਹੀ ਨਹੀਂ ਹੋਈ। ਅਰਵਿੰਦ ਕੇਜਰੀਵਾਲ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ 500 ਤੇ 1000 ਦੇ ਨੋਟ ਜਿਹੜੇ ਹੈਗੇ ਦੁਬਾਰਾ ਚਾਲੂ ਕਰ ਦੇਣੇ ਚਾਹੀਦੇ ਆ, ਕੁਛ ਦਿਨ ਰੋਕ ਕੇ ਇਹਨੂੰ ਸਹੀ ਪਲੈਨਿੰਗ ਕਰਕੇ ਉਸ ਤੋਂ ਬਾਅਦ ਦੁਬਾਰਾ ਇਹਨੂੰ ਸਕੀਮ ਨੂੰ ਲਾਂਚ ਕਰਨਾ ਚਾਹੀਦਾ। ਇਸ ਤਰੀਕੇ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਿਆਨ ਵੀ ਆਇਆ। ਸ਼ਾਇਦ ਪਰ ਮੈਂ ਕਿਤੇ ਨਾ ਕਿਤੇ ਇਸ ਬਿਆਨ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਜਿਹੜੇ ਉਹਨਾਂ ਦੇ ਸਕੈਮ ਵਾਲੇ ਬਿਆਨ ਹੈਗੇ ਨੇ ਜਾਂ ਫਰੈਂਡਲੀ ਲੋਕਾਂ ਨੂੰ ਦੱਸ ਦੇਣ ਵਾਲੇ ਬਿਆਨ ਹੈਗੇ ਨੇ ਉਹਨਾਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਗੌਰ ਕੀਤਾ ਜਾ ਸਕਦਾ। ਪਰ ਜਿਹੜੀ ਇਹ ਪ੍ਰੋਜੈਕਟ ਨੂੰ ਰੋਕ ਕੇ ਜਾਂ 500 1000 ਦੇ ਨੋਟ ਦੁਬਾਰਾ ਚਾਲੂ ਕਰਕੇ ਕੁਝ ਦਿਨਾਂ ਬਾਅਦ ਦੁਬਾਰਾ ਪ੍ਰੋਜੈਕਟ ਨੂੰ ਲਾਂਚ ਕਰਨ ਵਾਲੀ ਗੱਲ ਕੀ ਆ, ਇਹ ਮੈਨੂੰ ਕਿਤੇ ਮੇਰੇ ਲੌਜਿਕ ਦੇ ਵਿੱਚ ਫਿੱਟ ਨਹੀਂ ਬੈਠਦੀ। ਮੈਂ ਆਪਣੇ ਸਾਥੀ ਪੈਨਲਿਸਟਾਂ ਤੋਂ ਗੱਲ ਸਟਾਰਟ ਕਰਾਂਗਾ। ਸੀਪੀ ਸਿੰਘ ਜੀ, ਕੀ ਤੁਹਾਡੇ ਲੌਜਿਕ ਦੇ ਵਿੱਚ ਗੱਲ ਸੈੱਟ ਬੈਠਦੀ ਹੈ ਕਿ ਆਮ ਆਦਮੀ ਪਾਰਟੀ ਡਿਮਾਂਡ ਕਰ ਰਹੀ ਹੈ ਕਿ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਜਾਵੇ, 500 1000 ਦੇ ਨੋਟ ਦੁਬਾਰਾ ਚਾਲੂ ਕੀਤੇ ਜਾਣ ਤੇ ਕੁਝ ਦੇਰ ਬਾਅਦ ਦੁਬਾਰਾ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਜਾਵੇ? ਨਹੀਂ ਬਿਲਕੁਲ ਕੁਲਵੀਰ ਜੀ, ਇਹਦੇ ਵਿੱਚ ਕੋਈ ਲੌਜਿਕ ਨਹੀਂ ਦਿਖ ਰਿਹਾ। ਦੇਖੋ, ਜਦੋਂ ਤੁਸੀਂ ਇਦਾਂ ਦੀ ਸਟੇਟਮੈਂਟ ਨੈਸ਼ਨਲ ਟੀਵੀ ਤੇ ਦਿੰਦੇ ਹੋ ਤਾਂ ਉਹ ਬਿਨਾਂ ਕਿਸੇ ਬੇਸ ਤੋਂ, ਬਿਨਾਂ ਕਿਸੇ ਬਲੂਪ੍ਰਿੰਟ ਤੋਂ ਔਰ ਬਿਨਾਂ ਕਿਸੇ ਹੋਮਵਰਕ ਤੋਂ ਨਹੀਂ ਦਿੱਤੀ ਜਾਂਦੀ। ਉਹਨਾਂ ਨੇ ਉਸ ਦਿਨ ਵੀ ਇਹ ਕਹਿਤਾ ਸੀਗਾ ਕਿ ਇਹਦੇ ਨਾਲ ਤਕਲੀਫ ਹੋਏਗੀ ਔਰ ਤੁਹਾਨੂੰ ਮੇਰੇ ਨਾਲ ਚੱਲਣਾ ਪਏਗਾ। ਸਾਰੀਆਂ ਚੀਜ਼ਾਂ ਕਲੀਅਰ ਸੀਗੀਆਂ। ਅੱਜ ਦੀ ਡੇਟ ਦੇ ਵਿੱਚ ਹੁਣ ਉਹ ਜੋ ਬੈਕਆਊਟ ਕਰਦੇ ਨੇ ਤਾਂ ਫਿਰ ਆਈ ਥਿੰਕ ਉਹਨਾਂ ਨੂੰ ਪ੍ਰਾਈਮ ਮਿਨਿਸਟਰਸ਼ਿਪ ਤੋਂ ਬੈਕਆਊਟ ਕਰਨਾ ਪੈ ਜਾਏਗਾ। ਇਹ ਇਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਇਦਾਂ ਬੈਕਆਊਟ ਨਹੀਂ ਕੀਤੀਆਂ ਜਾਂਦੀਆਂ। ਠੀਕ ਹੈ, ਇੰਪਲੀਮੈਂਟੇਸ਼ਨ ਦੇ ਵਿੱਚ ਦਿੱਕਤ ਆ ਰਹੀ ਹੈ, ਕੀਤਾ ਨਹੀਂ ਜਾਂਦਾ। ਹੁਣ ਤੇ ਲੋਕਾਂ ਨੂੰ ਪਤਾ ਹੈ, ਉਹ ਤਾਂ ਆਪਣਾ ਪੈਸਾ ਟਿਕਾਣੇ ਲਾ ਲੈਣਗੇ ਜੇ ਉਹਨਾਂ ਨੂੰ 10 ਦਿਨ ਵੀ ਮਿਲ ਗਏ। ਯੈਸ, ਬਿਲਕੁਲ ਜੀ, ਬਿਲਕੁਲ। ਇਹ ਤਾਂ ਇੱਕ ਅਲੱਗ ਐਂਗਲ ਤੋਂ ਦੇਖ ਰਿਹਾ ਨਾ। ਜੇ ਮੈਂ ਦੂਸਰਾ ਐਂਗਲ ਦੇਖਾਂਗੇ, ਅਗਰ ਜੇ ਅਸੀਂ ਪਹਿਲਾਂ ਹੀ ਇਹਨੂੰ ਜਨਤਕ ਕਰ ਦਿੰਦੇ ਜਾਂ ਪਬਲਿਕ ਕਰ ਦਿੰਦੇ ਤਾਂ ਲੋਕਾਂ ਨੇ ਤਾਂ ਪਹਿਲਾਂ ਹੀ ਸੈਟਿੰਗ ਕਰਕੇ ਤੇ ਖਤਮ ਕਰ ਦੇਣਾ ਸੀ। ਫਿਰ ਉਹ ਬਲੈਕ ਮਨੀ ਦਾ ਚੱਕਰ ਹੀ ਨਹੀਂ ਰਹਿਣਾ ਸੀ, ਨਾ ਹੀ ਕਰਪਸ਼ਨ ਦਾ ਕੁਝ ਮੁੱਦਾ ਰਹਿਣਾ ਸੀ। ਸੋ ਇਹ ਚੀਜ਼ਾਂ ਏਦਾਂ ਹੀ ਇੰਪਲੀਮੈਂਟ ਹੁੰਦੀਆਂ। ਜੇ ਹੁਣ ਤੁਸੀਂ ਅੱਜ ਇਦਾਂ ਦੀ ਬਿਆਨਬਾਜ਼ੀ ਕਰੋਗੇ ਜਾਂ ਕਰਦੇ ਹੋ, ਜਦੋਂ ਤੁਸੀਂ ਟਵੀਟ ਵਾਰ ਤੇ ਵੀ ਆ ਜਾਂਦੇ ਹੋ, ਤਾਂ ਕਿਤੇ ਨਾ ਕਿਤੇ ਫਿਰ ਇਹ ਪੋਲੀਟੀਕਲ ਰੰਗਤ ਹੀ ਦਿਖਦੀ ਹੈ ਕਿ ਇਹਦੇ ਵਿੱਚ ਦੇਖੋ ਕੱਲਾ ਮੋਦੀ ਸਾਹਿਬ ਨਾਲ ਜੇ ਦੇਖਿਆ ਜਾਵੇ ਤਾਂ ਉਹ ਵੀ ਇਫੈਕਟ ਹੋਏ ਨੇ, ਆਮ ਜਨਤਾ ਵੀ ਇਫੈਕਟ ਹੋਈ ਹੈ। ਜੇ ਅਸੀਂ ਅੱਜ ਗੱਲ ਕਰਦੇ ਹਾਂ ਕਿ ਕਰੰਸੀ ਹੌਲੀ ਹੌਲੀ ਸਰਕੂਲੇਟ ਹੋ ਰਹੀ ਹੈ ਤਾਂ ਇਹ ਪੂਰੇ ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਸਰਕੂਲੇਟ ਕਰਨਾ ਇਟਸ ਨਾਟ ਅ ਜੋਕ। ਉਹ ਹੌਲੀ ਹੌਲੀ ਏਟੀਐਮ ਨੂੰ ਵੀ ਲੋਡ ਕਰਨਾ ਔਰ ਇੰਪਲੀਮੈਂਟੇਸ਼ਨ ਦੇ ਵਿੱਚ ਇਹ ਪ੍ਰੋਬਲਮ ਆਣੀ ਸੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਇਦਾਂ ਦੇ ਬਿਆਨਬਾਜ਼ੀ ਕਰੋਗੇ ਤਾਂ ਇਹ ਬਿਲਕੁਲ ਤੇ ਬਿਲਕੁਲ ਪੋਲੀਟੀਕਲ ਸ਼ੇਪ ਦੇ ਕੇ ਹੀ ਬਿਆਨਬਾਜ਼ੀ ਹੋ ਸਕਦੀ ਹੈ, ਅਦਰਵਾਈਜ਼ ਇਹਦੇ ਵਿੱਚ ਖਾਸ ਨਹੀਂ। ਤੇ ਤੁਹਾਨੂੰ ਲੱਗਦਾ ਸੀਪੀ ਸਿੰਘ ਜੀ ਕਿ ਅਰਵਿੰਦ ਕੇਜਰੀਵਾਲ ਜੀ ਮੋਦੀ ਸਾਹਿਬ ਦੇ ਇਸ ਬੋਲਡ ਸਟੈਪ ਦੇ ਉੱਪਰ ਜਿਹੜਾ ਕਿ ਸ਼ਾਇਦ ਫਿਊਚਰ ਦੇ ਵਿੱਚ ਭਾਰਤ ਨੂੰ ਬਹੁਤ ਜ਼ਿਆਦਾ ਫਾਇਦਾ ਦੇਣ ਵਾਲਾ, ਉਹਦੇ ਉੱਪਰ ਵੀ ਸਿਆਸਤ ਕਰ ਰਹੇ ਨੇ? ਜੀ ਬਿਲਕੁਲ ਕਰ ਰਹੇ ਨੇ ਜੀ। ਇਹ 100% ਸਿਆਸਤ ਹੋ ਰਹੀ ਹੈ। ਠੀਕ ਹੈ, ਜੇ ਅੱਜ ਉਹ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਕੁਝ ਮੰਤਰੀਆਂ ਨੂੰ ਜਾਂ ਉਹਨਾਂ ਦੇ ਕੁਝ ਨੇੜਲੇ ਬਿਜ਼ਨਸ ਹਾਊਸਿਸ ਨੂੰ ਇਸ ਚੀਜ਼ ਦਾ ਪਤਾ ਸੀਗਾ, ਮੈਂ ਡਿਨਾਈ ਨਹੀਂ ਕਰਦਾ ਇਸ ਚੀਜ਼ ਨੂੰ, ਲੇਕਿਨ ਉਹ ਪ੍ਰੂਫ ਲੈ ਕੇ ਆਉਣ। ਅਗਰ ਉਹਨਾਂ ਕੋਲ ਪੂਰੇ ਸਬੂਤ ਹਨ
ਜਾਂ ਉਹ ਜਿਵੇਂ ਕਿਸੇ ਨਿਊਜ਼ਪੇਪਰ ਦਾ ਹਵਾਲਾ ਦੇ ਰਹੇ, ਨਿਊਜ਼ਪੇਪਰ ਦੇ ਰਾਈਟਰ ਨੇ ਜਾਂ ਜਿਹੜਾ ਜਰਨਲਿਸਟ ਸੀਗਾ ਉਹਨਾਂ ਨੇ ਵੀ ਕਿਹਾ ਕਿ ਮੈਂ ਐਵੇਂ ਚੀਜ਼ ਨਹੀਂ ਛਾਪੀ, ਮੇਰੇ ਕੋਲ ਹੈ ਲੇਕਿਨ ਇਹ ਮੇਰਾ ਹੱਕ ਹੈ। ਸੋ ਜੇ ਇਹ ਚੀਜ਼ ਪ੍ਰੂਫ ਹੁੰਦੀ ਹੈ ਫਿਰ ਮੈਂ ਇਸ ਚੀਜ਼ ਨੂੰ ਗਲਤ ਕਹੂੰਗਾ, ਲੇਕਿਨ ਅਦਰਵਾਈਜ਼ ਅਸੀਂ ਐਵੇਂ ਕਿਸੇ ਤੇ ਇਲਜ਼ਾਮ ਲਗਾ ਕੇ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਚੀਜ਼ ਗਲਤ ਜੀ। ਦਿਲਰਾਜ ਜੀ, ਅਰਵਿੰਦ ਕੇਜਰੀਵਾਲ ਜੀ ਦਾ ਤਿੱਖਾ ਪ੍ਰਤੀਕਰਮ ਆ ਜਦੋਂ ਤੋਂ ਇਹ ਚੀਜ਼ ਸਾਹਮਣੇ ਆਈ ਆ, ਕੀ ਕਹਿਣਾ ਤੁਹਾਡਾ? ਦਿਲਰਾਜ ਜੀ, ਮੇਰਾ ਖਿਆਲ ਦਿਲਰਾਜ ਜੀ ਮੈਨੂੰ ਸੁਣ ਨਹੀਂ ਪਾ ਰਿਹਾ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਦਿਲਰਾਜ ਜੀ ਨੂੰ ਦੁਬਾਰਾ ਪ੍ਰੋਗਰਾਮ ਦੇ ਨਾਲ ਜੋੜਿਆ ਜਾਵੇ ਜੀ। ਅਜੀਤ ਜੀ, ਦੇਖੋ ਸਿੰਘ ਸਾਹਿਬ, ਮੈਨੂੰ ਤਾਂ ਇਹ ਦੋ ਗੱਲਾਂ ਜਿਹੜੀਆਂ ਹੈਗੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜਾ ਉਹ ਕਹਿੰਦੇ ਨੇ ਕਿ ਫ੍ਰੈਂਡਲੀ ਮੈਚ ਹੈ। ਦੇਖੋ 30 ਸਤੰਬਰ ਤੱਕ ਪੈਸੇ ਜਮ੍ਹਾਂ ਕਰਾਉਣ ਦਾ ਉਹਨਾਂ ਨੇ ਖੁੱਲਾ ਐਲਾਨ ਕੀਤਾ ਹੋਇਆ ਸੀ ਕਿ ਇਹ ਪੈਸੇ ਜਿਹੜੇ ਹੈਗੇ ਤੁਸੀਂ ਜਮ੍ਹਾਂ ਕਰਾਓ ਤੇ ਟੈਕਸ ਦਿਓ। ਉਹ ਇਹ ਨਹੀਂ ਸੀ ਕਿ ਕਿਸੇ ਇਕੱਲੇ ਇੱਕ ਬਿਜ਼ਨਸਮੈਨ ਨੂੰ ਦੱਸਿਆ ਹੋਇਆ ਸੀ, ਇਹ 10 ਬੰਦਿਆਂ ਨੂੰ ਦੱਸਿਆ ਹੋਇਆ ਸੀ, ਇਹ ਗਵਰਨਮੈਂਟ ਦਾ ਖੁੱਲਾ ਐਲਾਨ ਸੀ। ਸੋ ਉਹਨੂੰ ਫ੍ਰੈਂਡਲੀ ਮੈਚ ਜਿਹੜਾ ਕਹਿਣਾ ਕਿ ਕਿਸੇ ਨੂੰ ਫਾਇਦਾ ਪਹੁੰਚਾਉਣ ਵਾਲੀ ਗੱਲ ਹੈ, ਇਹ ਨਿਰੋਲ ਬਿਲਕੁਲ ਬੇਬੁਨਿਆਦ ਗੱਲ ਹੈ। ਇੱਕ ਦੂਸਰੀ ਗੱਲ ਜਿਹੜੀ ਹੈਗੀ ਆ, ਇੱਕ ਜਿਹੜੀ ਗੱਲ ਕੱਲ ਦੀ ਦੱਸ ਰਹੇ, ਕੁਝ ਦਿਨ ਪਹਿਲਾਂ ਦੀ ਦੱਸ ਰਹੇ ਨੇ ਕਿ ਬੀਜੇਪੀ ਦੀ ਵੈਸਟ ਬੰਗਾਲ ਦੀ ਇਕਾਈ ਨੇ 100 ਕਰੋੜ ਰੁਪਇਆ ਜਮ੍ਹਾਂ ਕਰਾਇਆ। ਮੇਰਾ ਖਿਆਲ ਹੈ ਉਦੋਂ ਤੱਕ ਪੈਸੇ ਦੀ ਲਿਮਿਟ ਨਹੀਂ ਸੀ ਲਾਈ ਗਈ ਕਿ ਕਿੰਨਾ ਜਮ੍ਹਾਂ ਕਰਾਉਣਾ। ਹਾਂ, ਜੇ ਉਹ ਜਮ੍ਹਾਂ ਆਇਆ ਤਾਂ ਵਾਈਟ ਮਨੀ ਆਇਆ ਹੈ, ਉਹਦੀ ਪੜਤਾਲ ਵਾਸਤੇ ਉਹ ਕੋਰਟ 'ਚ ਵੀ ਜਾ ਸਕਦੇ ਨੇ ਬੀਜੇਪੀ ਦੇ ਵਿਰੋਧੀ, ਔਰ ਜਾਣਾ ਵੀ ਚਾਹੀਦਾ। 100 ਕਰੋੜ ਇੱਕ ਦਿਨ 'ਚ ਜਮ੍ਹਾਂ ਕਰਾਉਣਾ ਇੱਕ ਇਕਾਈ ਦਾ ਕਾਫੀ ਵੱਡੀ ਰਕਮ ਹੈ। ਸ਼ੱਕ ਦੀ ਸੂਈ ਜਾ ਸਕਦੀ ਹੈ ਕਿ ਉਹਨਾਂ ਕੋਲ ਪੈਸਾ ਕਿੱਥੇ ਆਇਆ ਜਾਂ ਰੱਖੀ ਬੈਠੇ ਸੀ, ਪਰ ਤੁਸੀਂ ਉਹਨੂੰ ਗੈਰ ਕਾਨੂੰਨੀ ਕੰਮ ਨਹੀਂ ਕਹਿ ਸਕਦੇ। ਜੇ ਉਹ ਕਿਤੇ ਗੈਰ ਅਖਲਾਕੀ ਲੱਗਦਾ ਤਾਂ ਉਹਦਾ ਸੋਰਸ ਬਾਰੇ ਪੜਤਾਲ ਕਰੋ। ਅਜੀਤ ਜੀ, ਉਹਨੂੰ ਇਸ ਤਰੀਕੇ ਨਾਲ ਦੇਖਦੇ ਆ ਕਿ ਇਹਨਾਂ ਨੇ ਆਪਣਾ ਪੈਸਾ ਤਾਂ ਪਹਿਲਾਂ ਜਮ੍ਹਾਂ ਕਰਾ ਰਿਹਾ ਪਰ ਲੋਕਾਂ ਨੂੰ ਤੰਗ ਕੀਤਾ। ਨਹੀਂ, ਫਿਰ ਤੁਸੀਂ ਇਹ ਦੱਸੋ ਨਾ ਕਿ ਉਹਦੀ ਪੜਤਾਲ ਕਰਾਉਣ ਕਿ ਕਿੱਥੋਂ ਆਇਆ। ਸਵਾਲ ਤਾਂ ਇਹ ਕਿ ਉਹਦੇ ਨਾਲ ਜੇ ਕਰਾਉਣਗੇ ਤਾਂ ਪਤਾ ਲੱਗ ਜਾਊਗਾ ਕਿ ਇਹਨਾਂ ਨੇ ਕਿਵੇਂ ਕਰਾਇਆ, ਉਹਦੀ ਇੰਟੈਂਸ਼ਨ ਸਾਹਮਣੇ ਆ ਜਾਣੀਆਂ ਨੇ। ਆਪਣੀ ਪਾਰਟੀ ਨੂੰ ਜੇ ਆਪਾਂ ਜਿਵੇਂ ਸੀਪੀ ਸਿੰਘ ਨੇ ਕਿਹਾ ਕਿ ਇਹਨੂੰ ਤੁਸੀਂ ਇੱਕਦਮ ਇਹ ਨਹੀਂ ਕਹਿ ਸਕਦੇ, ਪਰ ਉਹਦਾ ਸਬੂਤ ਤਾਂ ਦੇਣਾ ਪਊਗਾ। ਸਿਰਫ ਗੱਲ ਕਰਕੇ ਤਾਂ ਨਹੀਂ ਸਰਦਾ, ਤੇ ਜੇ ਗੱਲ ਕਰਕੇ ਸਰਦਾ ਤਾਂ ਉਹ ਵੀ ਸਿਆਸੀ ਲਾਹਾ ਲੈਣ ਤੱਕ ਦੀ ਗੱਲ ਹੈ। ਜੇ ਰੀਅਲੀ ਇਮਾਨਦਾਰੀ ਦੀ ਲੜਾਈ ਲੜਨ ਦੀ ਗੱਲ ਹੈ ਤਾਂ ਉਹਦੇ ਸਬੂਤ ਸੋਰਸ ਬਾਰੇ ਪੜਤਾਲ ਕਰਾਉਣ ਤੱਕ ਲੜਨਾ ਚਾਹੀਦਾ। ਠੀਕ ਹੈ ਜੀ। ਕਿੰਨੇ ਸਬੂਤ ਅਜੇ ਤੱਕ ਆ ਗਏ, ਇਸ ਕਰਕੇ ਕੇਜਰੀਵਾਲ ਸਾਹਿਬ ਦੀਆਂ ਗੱਲਾਂ ਤੇ ਬਹੁਤਾ ਯਕੀਨ ਕਰਨਾ ਜਾਂ ਬਹੁਤਾ ਗੌਰ ਦੇਣਾ ਮੈਂ ਨਹੀਂ ਸਮਝਦਾ ਕਿ ਇਹ ਵਾਲੇ ਸਾਰੇ ਮੁੱਦੇ ਨੂੰ ਲੈ ਕੇ ਜਿਹੜਾ ਕੇਜਰੀਵਾਲ ਸਾਹਿਬ ਦੀ ਨਾਰਾਜ਼ਗੀ ਹੈ ਔਰ ਉਹ ਏਡੇ ਵੱਡੇ ਬਿਆਨ ਦਿੰਦੇ ਨੇ, ਕਿਆ ਲੋਕ ਉਹਦੇ ਨਾਲ ਖੜਦੇ ਨੇ? ਮੇਰਾ ਖਿਆਲ ਹੈ ਲੋਕਾਂ ਨੇ ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ। ਕਿਤੇ ਨਾ ਕਿਤੇ ਫਰਸਟ੍ਰੇਸ਼ਨ ਝਲਕਦੀ ਆ ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਵਿੱਚੋਂ, ਤੇ ਉੱਥੋਂ ਜਾ ਕੇ ਦਿਮਾਗ ਦੀ ਸੂਈ ਉੱਥੇ ਜਾ ਪਹੁੰਚਦੀ ਹੈ ਕਿ ਜਿਹੜੇ ਪਵਿੱਤਰ ਸਿੰਘ ਉਹਨੀ ਗੱਲਾਂ ਕਰਦੇ ਸੀ, ਕਿਤੇ ਉਹਨਾਂ 'ਚ ਕੋਈ ਜਾਨ ਤਾਂ ਨਹੀਂ ਸੀ? ਕਿਉਂ ਇੰਨੀ ਬੁਖਲਾਹਟ ਹੋਈ ਆ ਉਹਨਾਂ ਨੂੰ? ਉਹ ਤਾਂ ਇਮਾਨਦਾਰੀ ਦੀ ਲੜਾਈ ਲੜਦੇ ਨੇ। ਪਰ ਅਜੀਤ ਜੀ ਮੈਂ ਇੱਕ ਗੱਲ ਤੁਹਾਨੂੰ ਕਹਿਦਾ, ਜੇ ਆਪਾਂ ਬਲੈਕ ਮਨੀ ਦੀ ਗੱਲ ਕਰਾਂਗੇ ਨਾ ਅਜੀਤ ਜੀ ਜੇ ਆਪਾਂ ਬਲੈਕ ਮਨੀ ਦੀ ਗੱਲ ਕਰਾਂਗੇ, ਕੈਸ਼ ਦੀ ਗੱਲ ਕਰਾਂਗੇ ਨਾ, ਤਾਂ ਜਿਹੜੀਆਂ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ, ਕੋਈ ਵੀ ਪਾਰਟੀ ਐਸੀ ਨਹੀਂ ਹੋਣੀ ਇਨਕਲੂਡਿੰਗ ਬੀਜੇਪੀ ਜਿਹਦੇ ਮਿਨਿਸਟਰਾਂ ਕੋਲ, ਜਿਹਦੇ ਅਹੁਦੇਦਾਰਾਂ ਕੋਲ, ਜਿਹੜੀ ਪਾਰਟੀ ਦੇ ਕੋਲ ਕੈਸ਼ ਨਾ ਪਿਆ ਹੋਵੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਦੇ ਕੋਲ ਵੀ ਪੈਸਾ ਹੋ ਸਕਦਾ ਆ ਜੇ ਉਹਨਾਂ ਨੂੰ, ਤੁਹਾਡਾ ਕਹਿਣ ਦਾ ਮਤਲਬ ਮੈਂ ਸਮਝ ਰਿਹਾ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਕੋਲ ਕੈਸ਼ ਹੋ ਸਕਦਾ ਆ। ਪਰ ਜੇ ਆਪਾਂ ਕਹੀਏ ਕਿ ਕਾਂਗਰਸ ਦੇ ਕੋਲ ਬਹੁਤ ਵੱਡਾ ਕੈਸ਼ ਹੋ ਸਕਦਾ ਹੈ, ਪੰਜਾਬ ਦੇ ਵਿੱਚ ਇਲੈਕਸ਼ਨ ਆ, ਕੈਪਟਨ ਸਾਹਿਬ ਬਹੁਤ ਸਾਰਾ ਕੈਸ਼ ਲੈ ਕੇ ਘੁੰਮਦੇ ਹੋ ਸਕਦੇ ਆ, ਬਾਦਲਾਂ ਦੇ ਕੋਲ ਬਹੁਤ ਸਾਰੇ ਕੈਸ਼ ਦੀ ਰੌਲੀ ਪੈਂਦੀ ਆ, ਪੂਰੇ ਇੰਡੀਆ ਦੇ ਵਿੱਚ ਪੋਲੀਟੀਸ਼ੀਅਨਾਂ ਦੇ ਕੋਲ ਬਹੁਤ ਸਾਰਾ ਕੈਸ਼ ਹੋ ਸਕਦਾ ਹੈ। ਸਿਰਫ ਆਮ ਆਦਮੀ ਪਾਰਟੀ ਦੀ ਸਮੱਸਿਆ ਨਹੀਂ ਹੈਗੀ। ਪੱਖਪਾਤ ਤਾਂ ਨਹੀਂ ਕਹਿ ਸਕਦੇ ਸਰ ਸਾਰਿਆਂ ਦੀ ਸਮੱਸਿਆ ਵਾ ਕੁਲਵੀਰ ਜੀ, ਬਿਲਕੁਲ ਸਾਰਿਆਂ ਦੀ ਸਮੱਸਿਆ, ਪਰ ਆਪਾਂ ਇੱਕ ਚੀਜ਼ ਲੈ ਕੇ ਸਮਝੀਏ ਕਿ ਇਹ ਸਮੱਸਿਆ ਬੀਜੇਪੀ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਸਾਰਿਆਂ ਦੀ ਹੁੰਦੀ ਹੋਏ ਮੋਦੀ ਸਾਹਿਬ ਦਾ ਡਿਸੀਜਨ ਲੈਣਾ ਇਹ ਕਾਬਲੇ ਤਾਰੀਫ ਸੀਗਾ। ਇਹ ਡੈਫੀਨੇਟਲੀ ਜਿਹੜਾ ਪੰਜਾਬ ਤੇ ਯੂਪੀ ਦੇ ਇਲੈਕਸ਼ਨ ਦੇ ਵਿੱਚ ਪੈਸੇ ਨਾਲ ਵੋਟਾਂ ਖਰੀਦੀਆਂ ਜਾਣੀਆਂ ਸੀਗੀਆਂ, ਉਹਨੂੰ ਵੀ ਢਾਹ ਲੱਗੀ ਹੈ। ਬੜੇ ਨਿਰਪੱਖ ਤਰੀਕੇ ਦੇ ਨਾਲ ਹੁਣ ਪੰਜਾਬ ਤੇ ਯੂਪੀ ਦੀਆਂ ਵੋਟਾਂ ਹੋਣਗੀਆਂ, ਕਿਉਂਕਿ ਕਿਸੇ ਕੋਲ 500 1000 ਦਾ ਨੋਟ ਰਿਹਾ ਹੀ ਨਹੀਂ। ਹੁਣ ਜਿਹੜੇ ਹੈਗੇ ਵੀ ਆ
ਉਹ ਮੈਨੂੰ ਲੱਗਦਾ ਇਲੈਕਸ਼ਨਾਂ ਤੱਕ ਉਦਾਂ ਉਹਨਾਂ ਦੀ ਵੈਲਿਊ ਹੀ ਖਤਮ ਹੋ ਜਾਣੀ ਹੈਗੀ ਆ। ਤੇ ਬਿਲਕੁਲ ਨਿਰਪੱਖ ਤਰੀਕੇ ਨਾਲ ਇਲੈਕਸ਼ਨ ਹੋਣਗੀਆਂ। ਜਿਹੜੀ ਪਾਰਟੀ ਲੋਕਾਂ ਨੂੰ ਸਹੀ ਚੀਜ਼ਾਂ ਦੱਸੇਗੀ, ਉਹ ਜਿਹੜੇ ਵੋਟ ਨੋਟ ਦੇ ਕੇ ਵੋਟ ਲੈਣਾ ਜਾਂ ਦਾਰੂ ਦੇ ਕੇ ਵੋਟ ਲੈਣਾ, ਉਹ ਸਾਰਾ ਕੁਝ ਮੋਦੀ ਸਾਹਿਬ ਨੇ ਇੱਕ ਝਟਕੇ ਦੇ ਵਿੱਚ ਖਤਮ ਕਰ ਦਿੱਤਾ। ਜਿਹੜੇ 100 ਕਰੋੜ ਦੀ ਗੱਲ ਵੈਸਟ ਬੰਗਾਲ ਚ ਹੁੰਦੀ ਪਈ ਹੈ, ਏਦਾਂ ਨਹੀਂ ਪੋਸੀਬਲ ਕਿ ਬੀਜੇਪੀ ਨੇ ਸਿਰਫ ਵੈਸਟ ਬੰਗਾਲ ਵਾਲਿਆਂ ਨੂੰ ਦੱਸਤਾ ਤੇ ਬਾਕੀ ਜਿਹੜੀਆਂ 26-27 ਸਟੇਟਾਂ ਵਾ ਉਹ ਵਾਲੇ ਇਕਾਈਆਂ ਨੂੰ ਨਹੀਂ ਦੱਸਿਆ। ਸਾਰਿਆਂ ਕੋਲ ਪੈਸਾ ਹੋਊਗਾ, ਸਾਰੀਆਂ ਪੋਲੀਟੀਕਲ ਪਾਰਟੀਆਂ ਕੋਲ। ਜਿਹੜਾ 100 ਕਰੋੜ ਰੁਪਏ ਜਮਾ ਹੋਇਆ ਵਾ ਉਹਦਾ ਡੈਫੀਨੇਟਲੀ ਜੇ ਬੈਂਕ ਦੇ ਵਿੱਚ ਕੁਝ ਜਮਾ ਕਰਾਇਆ ਵਾ ਉਹਦਾ ਪ੍ਰੂਫ ਹੋਊਗਾ। ਅੱਜ ਦੀ ਡੇਟ ਵਿੱਚ ਚਾਹੇ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਹੈ ਉਹ ਚਾਹੇ 100 ਕਿਉਂ 1000 ਕਰੋੜ ਵੀ ਬੈਂਕ ਦੇ ਵਿੱਚ ਜਮਾ ਕਰਾ ਸਕਦੀ ਹੈ, 500 ਵਾਲੇ ਨੋਟ ਵੀ, 1000 ਵਾਲੇ ਨੋਟ ਵੀ, ਪਰ ਉਹਦਾ ਪ੍ਰੂਫ ਦੇਣਾ ਪਏਗਾ ਕਿ ਉਹ ਪੈਸਾ ਕਿੱਥੋਂ ਆਇਆ। ਸਿਰਫ ਪੋਲੀਟੀਕਲ ਪਾਰਟੀ ਤੁਸੀਂ ਜਾਂ ਮੈਂ ਵੀ ਚਾਹਾਂ ਤੇ ਅੱਜ ਜਿੰਨਾ ਮਰਜ਼ੀ ਪੈਸਾ ਜਮਾ ਕਰਾ ਸਕਦੇ ਆ, ਪਰ ਉਹ ਪੈਸਾ ਵਾਈਟ ਦਾ ਹੋਣਾ ਚਾਹੀਦਾ ਵਾ, ਉਹ ਪੈਸੇ ਦਾ ਪ੍ਰੂਫ ਹੋਣਾ ਚਾਹੀਦਾ। ਜੇ ਬਲੈਕ ਦਾ ਪੈਸਾ ਤਾਂ ਵੀ ਬੰਦਾ ਜਮਾ ਕਰਾ ਸਕਦਾ, ਪਰ ਉਹ ਸਕਰੂਟਨੀ ਦੇ ਵਿੱਚ ਫਸੇਗਾ ਤੇ ਜੇ ਫਸਦਾ ਵਾ ਉਹਦੇ ਕੋਲ ਕੋਈ ਜਸਟੀਫਿਕੇਸ਼ਨ ਨਹੀਂ ਆਉਂਦੀ ਤੇ ਉਹਨੂੰ 200% ਟੈਕਸ ਦੇਣਾ ਪਏਗਾ। ਕੋਈ ਵੀ ਜਮਾ ਕਰਵਾ ਸਕਦਾ ਹੈ। ਕੱਲੀ ਬੀਜੇਪੀ ਦੀ ਆਪਾਂ ਗੱਲ ਕਿਉਂ ਕਰਦੇ ਪਏ ਆ? ਜੇ ਕੇਜਰੀਵਾਲ ਸਾਹਿਬ ਜਾਂ ਆਮ ਆਦਮੀ ਪਾਰਟੀ ਇਲਜ਼ਾਮ ਲਾਉਂਦੀ ਹੈ, ਉਹ ਅੱਜ ਵੀ ਜਮਾ ਕਰਾ ਸਕਦੇ ਆ ਪੈਸਾ ਅਕਾਊਂਟ ਦੇ ਵਿੱਚ। ਖਾਤੇ ਵਿੱਚ ਪੈਸਾ ਜਮਾ ਕਰਾਉਣ ਤੋਂ ਮੋਦੀ ਸਾਹਿਬ ਨੇ ਕੋਈ ਪ੍ਰਤੀਬੰਧ ਨਹੀਂ ਲਗਾਇਆ। ਹਰ ਪੋਲੀਟੀਕਲ ਪਾਰਟੀ ਖਾਤੇ 'ਚ ਪੈਸਾ ਜਮਾ ਕਰਾ ਸਕਦੀ ਹੈ, ਪਰ ਉਹ ਚਿੱਟਾ ਵਾਈਟ ਪੈਸਾ ਹੋਣਾ ਚਾਹੀਦਾ ਵਾ। ਜੇ ਉਹ ਸਾਫ਼ ਸੁਥਰਾ ਪੈਸਾ ਵਾ ਤਾਂ ਜਮਾ ਕਰਾਓ, ਨਹੀਂ ਤੇ ਟੈਕਸ ਦੇਣ ਨੂੰ 200% ਤਿਆਰ ਰਹੋ। ਮੇਰੇ ਨਾਲ ਮੇਰੇ ਖਿਆਲ ਕਾਲਰ ਵੀ ਜੁੜੇ ਹੋਏ ਨੇ। ਹੈਲੋ ਹੈਲੋ, ਹਾਂਜੀ ਸ਼ਬਦੀਪ ਜੀ। ਦੇਖੋ ਗੱਲ ਇਹ ਹੈ ਜੀ ਕਿ ਜਿਹੜਾ ਪੱਛਮੀ ਬੰਗਾਲ ਦਾ ਵਿਵਾਦ ਆ ਉਹ ਬਾਅਦ ਵਾਲਾ ਨਹੀਂ ਹੈ ਅਨਾਉਂਸਮੈਂਟ ਤੋਂ। ਉਹਦੇ ਚ ਵਿਵਾਦ CPIM ਨੇ ਜਿਹੜਾ ਪੱਖ ਰੱਖਿਆ ਉਹਦੇ ਚ ਉਹਨਾਂ ਨੇ ਇਹ ਨਹੀਂ ਵਿਰੋਧ ਕੀਤਾ ਕਿ ਅਨਾਉਂਸਮੈਂਟ ਕਿਉਂ ਹੋਈ ਆ ਜਾਂ ਇਹ ਅਨਾਉਂਸਮੈਂਟ ਗਲਤ ਹੈ। ਉਹਨਾਂ ਨੇ ਸਿਰਫ ਇਹ ਸਵਾਲ ਉਠਾਇਆ ਕਿ ਇਹ ਦੇਸ਼ ਦਾ ਫੈਸਲਾ ਸੀ ਜਿਹੜਾ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ। ਪੱਛਮੀ ਬੰਗਾਲ ਦੀ ਇਕਾਈ ਨੇ ਜੇ ਇੰਨੀ ਵੱਡੀ ਟ੍ਰਾਂਜੈਕਸ਼ਨ ਕੀਤੀ ਆ ਤਾਂ ਇਹ ਆਪਣੀ ਪਾਰਟੀ ਨੂੰ ਅਗਾਊਂ ਸੂਚਨਾ ਦੇਣਾ ਦੇਸ਼ ਦੇ ਹਿੱਤਾਂ ਨਾਲ ਸਮਝੌਤੇ ਦਾ ਸਵਾਲ ਆ। ਇੱਥੇ ਅਸਲ ਪੜਤਾਲ ਇਸ ਗੱਲ ਦੀ ਹੋਣੀ ਕਿ ਕੀ ਸੱਚਮੁੱਚ ਉਹਨਾਂ ਨੂੰ ਅਗਾਊਂ ਸੂਚਨਾ ਦਿੱਤੀ ਗਈ ਜਾਂ ਨਹੀਂ। ਜੇ ਦਿੱਤੀ ਗਈ ਹੈ ਤਾਂ ਫਿਰ ਲਾਜ਼ਮੀ ਪ੍ਰਧਾਨ ਮੰਤਰੀ ਨੇ ਇੱਕ ਪਾਰਟੀ ਦੇ ਨੇਤਾ ਦੇ ਤੌਰ ਤੇ ਬਿਹੇਵ ਕੀਤਾ। ਇਸ ਗੱਲ ਦੇ ਉੱਤੇ ਸਵਾਲ ਹੈ ਕਿ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਿਓਰ ਇੱਕ ਆਪਣਾ ਪਾਰਟੀ ਨੇਤਾ ਦੇ ਤੌਰ ਤੇ ਬਿਹੇਵ ਕਰਨਾ ਚਾਹੀਦਾ ਕਿ ਦੇਸ਼ ਦੇ ਨੇਤਾ ਦੇ ਸਵਾਲ ਹੀ ਗਲਤ ਹੈ। ਮੈਂ ਉੱਤੇ ਆ ਰਿਹਾ ਸੀਗਾ, ਗਲਤ ਹੈ। ਜੇ 100 ਕਰੋੜ ਦੇ ਕੇ ਕੰਪਲੀਟ ਹੋਣ ਦਿਓ ਮੇਰੀ ਗੱਲ। ਸਰ ਮੈਂ ਉਹੀ ਕਹਿ ਰਿਹਾ ਸਰ, ਉਹ ਵੀ ਵਿੱਚ ਹੀ ਪਾ ਲਿਓ। ਕਿਉਂ ਤੁਸੀਂ ਉਹਨੂੰ ਮੈਂ ਕਹਿਣਾ ਕਹਿ ਲਿਓ, ਗਲਤ ਮੈਨੂੰ ਤਾਂ ਕਹਿ ਲੈਣ ਦਿਓ, ਮੈਂ ਜੋ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਕਿ ਜੇ ਸੱਚਮੁੱਚ ਪ੍ਰਧਾਨ ਮੰਤਰੀ ਦੀ ਜਗ੍ਹਾ ਪਾਰਟੀ ਦੇ ਨੇਤਾ ਵਾਂਗ ਬਿਹੇਵ ਕਰਕੇ ਆਪਣੇ ਕੁਝ ਲੋਕਾਂ ਨੂੰ ਦੱਸਿਆ ਵਾ ਤਾਂ ਉਹਦੀ ਪੜਤਾਲ ਹੁੰਦੀ ਆ, ਉਹ ਤੱਥ ਨਿਕਲ ਕੇ ਆ ਜਾਂਦੇ ਆ, ਤਾਂ ਫਿਰ ਇਹ ਸੱਚਮੁੱਚ ਇੱਕ ਨੈਤਿਕ ਆਧਾਰ ਦੇ ਉੱਤੇ ਵੀ ਗਲਤ ਹੋਊਗਾ, ਸਿਆਸੀ ਆਧਾਰ ਦੇ ਉੱਤੇ ਵੀ ਗਲਤ ਹੋਊਗਾ। ਪਰ ਜਿੰਨੀ ਦੇਰ ਤੱਕ ਆ ਨਹੀਂ ਜਾਂਦਾ, ਇਹ ਤੈਅ ਨਹੀਂ ਹੋ ਜਾਂਦਾ ਕਿ ਉਹ ਕਿੱਦਾਂ ਵਾਪਰਿਆ, ਤਾਂ ਇਸ ਗੱਲ ਤੋਂ ਪੱਛਮੀ ਬੰਗਾਲ ਇਕਾਈ ਨੇ ਇਨਕਾਰ ਨਹੀਂ ਕੀਤਾ ਕਿ ਅਸੀਂ ਪੈਸੇ ਜਮ੍ਹਾਂ ਨਹੀਂ ਕਰਵਾਏ ਜਾਂ ਟ੍ਰਾਂਜੈਕਸ਼ਨ ਨਹੀਂ ਹੋਈ। ਇਸ ਗੱਲ ਤੱਕ ਇੰਨੀ ਗੱਲ ਬਹੁਤ ਕਲੀਅਰ ਹੈ। ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਮੈਨੂੰ ਕਿਉਂਕਿ ਚਲੋ ਤੁਸੀਂ ਦੁਬਾਰਾ ਸ਼ੁਰੂ ਕਰ ਲਈ, ਮੈਂ ਸਾਰਿਆਂ ਨੂੰ ਪਤਾ ਕਿ ਮੈਂ ਕਾਂਗਰਸ ਨੂੰ, BJP ਨੂੰ, ਅਕਾਲੀ ਦਲ ਨੂੰ ਮੈਂ ਕਦੇ ਸਪੋਰਟ ਨਹੀਂ ਕਰਦਾ, ਪਰ ਜਿਹੜਾ ਮੁੱਦਾ ਜਿਸ ਤਰੀਕੇ ਦੇ ਨਾਲ ਆਉਂਦਾ, ਅਸੀਂ ਕੋਈ ਐਦਾਂ ਨਹੀਂ ਹੈ ਕਿ ਅਸੀਂ ਤੈਅ ਕੀਤਾ ਹੋਇਆ ਕਿ ਅਸੀਂ ਉਹਨਾਂ ਦਾ ਵਿਰੋਧ ਕਰੀਏ। ਜਦੋਂ ਤਾਂ BJP ਦੇ ਉੱਤੇ ਸਵਾਲ ਆਵੇ ਅਸੀਂ ਕਹਿ ਦਈਏ ਚਲੋ ਜੀ ਇਹ ਕਾਨੂੰਨੀ ਤੌਰ ਤੇ ਗਲਤ ਨਹੀਂ ਹੈ, ਇਹ ਅਖਲਾਕੀ ਤੌਰ ਤੇ ਗਲਤ ਹੋ ਸਕਦਾ। ਮੈਂ ਇਹ ਨਹੀਂ ਕਹਿੰਦਾ, ਅਸੀਂ ਤੇ ਇਹ ਕਹਿਣਾ ਚਾਹੁੰਦੇ ਕਿ ਕਾਨੂੰਨੀ ਤੌਰ ਤੇ ਅਖਲਾਕੀ ਤੌਰ ਤੇ ਦੋਨਾਂ ਪੱਖਾਂ ਤੋਂ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ। ਅਗਲੀ ਗੱਲ ਜਿਹੜੀ ਜਦੋਂ ਤੁਸੀਂ ਕਹਿੰਦੇ ਸਿਆਸੀ ਲਾਹਾ ਲੈਣ ਦੀ ਗੱਲ ਕੀਤੀ, ਮੈਂ ਜਿਹੜਾ ਰਾਹੁਲ ਗਾਂਧੀ ਦੇ ਬਿਆਨ ਦੇ ਹਵਾਲੇ ਦੇ ਨਾਲ ਗੱਲ ਕੀਤੀ ਸੀ। ਰਾਹੁਲ ਗਾਂਧੀ ਨੇ ਕਿਤੇ ਨਹੀਂ ਕਿਹਾ ਉਹ ਆਪਣੇ ਉਸ ਬਿਆਨ ਦੇ ਵਿੱਚ ਕਿ ਕਾਂਗਰਸ ਦੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਫੈਸਲੇ ਦਾ ਵਿਰੋਧ ਕਰਨ। ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਕਿ ਪੈਨਿਕ ਬਹੁਤ ਕ੍ਰੀਏਟ ਹੋ ਗਿਆ, ਦੇਸ਼ ਸੰਕਟ ਦੇ ਵਿੱਚ ਆ, ਲੋਕ ਬੈਂਕਾਂ ਦੇ ਬਾਹਰ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਲੋਕਾਂ ਨੂੰ ਹੈਲਪ ਕਰਨ ਦੀ ਤੁਸੀਂ ਕੋਸ਼ਿਸ਼ ਕਰੋ। ਨਾਲ ਉਹਨਾਂ ਨੇ ਇਹ ਕਿਹਾ ਕਿ ਮੈਂ ਸਿਰਫ ਕਾਂਗਰਸੀ ਨੌਜਵਾਨਾਂ ਨੂੰ ਨਹੀਂ ਬੇਨਤੀ ਕਰਦਾ, ਮੈਂ ਜਿਹੜੇ
ਆਮ ਨੌਜਵਾਨ ਵੀ ਆ ਦੇਸ਼ ਦੇ ਜਿਹੜੇ ਇਸ ਗੱਲ ਨੂੰ ਸਮਝਦੇ ਆ ਕਿ ਸੰਕਟ ਦੇ ਵਿੱਚ ਲੋਕਾਂ ਦੀ ਹੈਲਪ ਕਰਨੀ ਚਾਹੀਦੀ, ਉਹਨਾਂ ਦੀ ਹੈਲਪ ਕਰਨ ਦੇ ਲਈ ਜੇ ਉਹ ਅੱਗੇ ਆਉਣਗੇ ਇਹ ਚੰਗੀ ਗੱਲ। ਮੈਂ ਇਹ ਨਹੀਂ ਕਹਿੰਦਾ ਕਿ ਰਾਹੁਲ ਗਾਂਧੀ ਕੋਈ ਬਹੁਤ ਇੱਕ ਤਰ੍ਹਾਂ ਨਾਲ ਬਹੁਤ ਮਹਾਨ ਨੇਤਾ ਵਾ ਤੇ ਉਹਦੇ ਕਹੇ ਦੇ ਉੱਤੇ ਦੇਸ਼ ਦੇ ਨੌਜਵਾਨ ਮੈਦਾਨ ਦੇ ਵਿੱਚ ਆ ਜਾਣਗੇ, ਪਰ ਜੇ ਉਹਨਾਂ ਨੇ ਜਿਹੜੀ ਗੱਲ ਕਹੀ ਨਹੀਂ ਅਸੀਂ ਉਹਨਾਂ ਦੇ ਮੂੰਹ 'ਚ ਪਾ ਕੇ ਕਾਂਗਰਸ ਦੀ ਵੀ ਵਿਰੋਧਤਾ ਕਰੀਏ, ਮੈਂ ਉਹਨੂੰ ਜਸਟੀਫਾਈ ਨਹੀਂ ਕਹਿੰਦਾ ਕਿ ਕਾਂਗਰਸ ਸਿਆਸੀ ਲਾਹਾ ਲੈਣ ਦੀ ਗੱਲ ਕਰਦੀ। ਮੈਂ ਪਹਿਲੇ ਹਿੱਸੇ 'ਚ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਮੈਂ ਇਹ ਕਿਹਾ ਸੀ ਕਿ 1% ਸਿਧਾਂਤਕ ਵਿਰੋਧ ਕਾਂਗਰਸ ਨੇ ਨਹੀਂ ਕੀਤਾ। ਸਿਧਾਂਤਕ ਵਿਰੋਧ ਸਿਰਫ ਪੂਰੇ ਦੇਸ਼ ਦੇ ਵਿੱਚ ਦੋ ਪਾਰਟੀਆਂ ਕਰ ਰਹੀਆਂ ਨੇ, ਇੱਕ ਮਮਤਾ ਬੈਨਰਜੀ ਦੀ ਪਾਰਟੀ ਕਰ ਰਹੀ ਹੈ, ਇੱਕ ਅਰਵਿੰਦ ਕੇਜਰੀਵਾਲ ਜੀ ਕਰ ਰਹੇ ਆ। ਇਸ ਤੋਂ ਬਿਨਾਂ ਦੋਨਾਂ ਦੀ ਸ਼ਬਦੀਪ ਜੀ ਜੇ ਆਪਾਂ ਇੱਕ ਗੱਲ ਦੇਖੀ ਜਾਵੇ ਤਾਂ ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਵੀ ਇੱਕ ਹੈ, ਵੈਸੇ ਵੀ ਇਹਨਾਂ ਦੋਨਾਂ ਦੀ ਬਣਦੀ ਵੀ ਹੈ। ਸਿਧਾਂਤਕ ਵਿਰੋਧ ਆ ਤੇ ਗੱਲ ਇੱਕੋ ਹੀ ਹੋਏਗੀ। ਉਹਨਾਂ ਦੋ ਤੋਂ ਬਿਨਾਂ ਕੋਈ ਉਹਦਾ ਵਿਰੋਧ ਨਹੀਂ ਕਰ ਰਿਹਾ ਤੇ ਜੇ ਕੋਈ ਵੀ ਵਿਰੋਧ ਕਰ ਰਿਹਾ ਤੇ ਜੇ ਸਿਰਫ ਸਿੱਧਾ ਦੇ ਆਧਾਰ ਦੇ ਉੱਤੇ ਇੱਕ ਨੇਤਾ ਨੇ ਬਿਆਨ ਦਿੱਤਾ ਵੀ ਹੈ ਤਾਂ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇੱਕ ਬੀਜੇਪੀ ਦੇ ਨੇਤਾ ਨੇ ਵੀ ਇਸ ਤਰ੍ਹਾਂ ਦਾ ਬਿਆਨ ਦੇ ਦਿੱਤਾ ਵਾ ਕਿ ਐਵੇਂ ਦੇਸ਼ ਨੂੰ ਸੰਕਟ ਦੇ ਵਿੱਚ ਪਾ ਦਿੱਤਾ। ਉਹਦਾ ਮੈਂ ਨਾਂ ਭੁੱਲ ਗਿਆ, ਮੈਂ ਉਦੋਂ ਵੀ ਇਹੀ ਗੱਲ ਕਹੀ ਸੀ। ਮੈਂ ਤੁਹਾਨੂੰ ਬੀਜੇਪੀ ਦੇ ਨੇਤਾਵਾਂ ਦੀ ਗੱਲ ਦੱਸਦਾ ਜੀ, ਪਾਰਟੀ ਦੇ ਉੱਤੇ ਨਹੀਂ ਰੋਕ ਸਕਦੇ ਜੀ। ਮੋਦੀ ਸਾਹਿਬ ਦਾ ਇੱਕ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਅੱਗੇ ਜਾ ਕੇ ਜਿਹੜੀਆਂ ਬੇਨਾਮੀ ਜ਼ਮੀਨਾਂ ਹੈਗੀਆਂ ਉਹਨਾਂ ਦੇ ਉੱਪਰ ਵੀ ਉਹ ਕਾਰਵਾਈ ਕਰਨਗੇ, ਸੋਨੇ ਉੱਪਰ ਵੀ ਮਾਫ ਕਰਨ ਕੋਈ ਪ੍ਰੋਜੈਕਟ ਲੈ ਕੇ ਆਉਣਗੇ। ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਸੋਨਾ ਖਰੀਦਣ ਦੇ ਲਈ ਪੈਨ ਕਾਰਡ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ MP ਜਿਹੜੇ ਹੈਗੇ ਨੇ ਉਹਨਾਂ ਨੂੰ ਦਰਖਾਸਤ ਕੀਤੀ ਹੈ ਕਿ ਸੋਨਾ ਖਰੀਦਣ ਲਈ ਪੈਨ ਕਾਰਡ ਦੀ ਜ਼ਰੂਰਤ ਜਿਹੜੀ ਹੈਗੀ ਆ ਉਹਨੂੰ ਖਤਮ ਕਰ ਦਿੱਤਾ ਜਾਵੇ। ਇੱਥੋਂ ਇਹ ਸਪਸ਼ਟ ਹੁੰਦਾ ਕਿ ਭਾਵੇਂ ਲੋਕ ਜਿਹੜੇ ਬੀਜੇਪੀ ਨਾਲ ਜੁੜੇ ਹੋਏ ਨੇ ਚਾਹੇ ਕਿਸੇ ਹੋਰ ਪਾਰਟੀਆਂ ਨਾਲ ਜੁੜੇ ਹੋਏ ਨੇ, ਲੋਕ ਕਿਤੇ ਨਾ ਕਿਤੇ ਵੱਡੇ ਲੈਵਲ ਤੇ ਵੀ ਪੈਨਿਕ ਤੇ ਹਨ। ਪਰ ਸਰਕਾਰ ਨੇ ਜਿਹੜਾ ਇਹ ਕਦਮ ਲਿਆ ਸ਼ਾਇਦ ਇਹਦੇ ਵਿੱਚ ਉਹਨਾਂ ਨੇ ਬਹੁਤ ਥੋੜੇ ਲੋਕਾਂ ਨੂੰ ਇਨਵੋਲਵ ਕੀਤਾ ਤਾਂ ਕਿ ਉਹਨਾਂ ਨੂੰ ਵੀ ਪਤਾ ਸੀ ਕਿ ਜਿਹੜੇ ਉਹਨਾਂ ਦੇ ਆਪਣੇ ਲੋਕ ਨੇ ਉਹਨਾਂ ਲੋਕਾਂ ਵੱਲੋਂ ਵੀ ਇਹਦੇ ਉੱਪਰ ਜਿਹੜਾ ਹੈ ਵੱਡਾ ਇਤਰਾਜ਼ ਜਤਾਇਆ ਜਾ ਸਕਦਾ ਜਾਂ ਜਿਹੜਾ ਹੈ ਬੇਨਜ਼ਮੀ ਹੋ ਸਕਦੀ ਹੈ। ਦੂਸਰੀ ਗੱਲ ਜਿਹੜੀ ਜੀ ਇੱਕ ਮਿੰਟ ਮੈਂ ਇੱਕ ਲਾਈਨ 'ਚ ਸੁਧਾਰ ਦੇਵਾਂ ਜੀ। ਉਹਨਾਂ ਨੇ ਕਿਹਾ ਕਿ ਬਹੁਤ MPs ਨੇ ਕਿਹਾ ਪਰ ਮੈਂ ਉਹਨਾਂ ਦੀ ਗੱਲ ਮੰਨੀ ਨਹੀਂ ਹੈਗੀ। ਨਹੀਂ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ, ਇੱਥੋਂ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਉਹਨਾਂ ਦੀ ਪਾਰਟੀ ਦੇ ਅੰਦਰ ਵੀ ਇਸ ਗੱਲ ਦਾ ਵਿਰੋਧ ਹੈ। ਬਿਲਕੁਲ ਜੀ ਕੁਲਵੀਰ ਜੀ ਮੈਂ ਇੱਕ ਸੈਕਿੰਡ ਬਾਅਦ ਲੈਣਾ ਚਾਹਾਂਗਾ ਜਿਹੜੇ ਵੀਰ ਜੀ ਮਸਲਾ ਹੀ ਇਸ ਗੱਲ ਦਾ ਹੈ ਕਿ ਪਾਰਟੀ ਦੇ ਨਾਲ ਸਲਾਹ ਕਿਉਂ ਕੀਤੀ ਗਈ। ਇਹ ਫੈਸਲਾ ਕੈਬਨਿਟ ਨੇ ਕਰਨਾ, ਸਰਕਾਰ ਨੇ ਪਾਰਟੀ ਨਾਲ ਸਲਾਹ ਉਹਨਾਂ ਨੇ ਸਿੰਪਲ MP ਨੇ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਹੁੰਦਾ। ਇਹਦੇ ਵਿੱਚ ਜਿਹੜੀ ਬਾਡੀ ਫੈਸਲਾ ਕਰਨ ਬਾਡੀ ਉਹਨੇ ਹੀ ਫੈਸਲਾ ਕਰਨਾ ਜਿਹੜਾ ਅਰਵਿੰਦ ਸ਼ਬਦੀਪ ਜੀ ਤੁਸੀਂ ਇੱਕ ਮਿੰਟ ਦਿਲਰਾਜ ਜੀ ਅਜੀਤ ਜੀ ਸ਼ਬਦੀਪ ਜੀ ਪਲੀਜ਼ ਮੈਨੂੰ ਕਲੈਰੀਫਾਈ ਕਰਨ ਦਿਓ। ਦਿਲਰਾਜ ਜੀ ਕੈਬਨਿਟ ਤੱਕ ਨੂੰ ਵੀ ਨਹੀਂ ਪਤਾ ਸੀਗਾ ਕਿ ਕੈਬਨਿਟ ਨੂੰ ਵੀ ਨਹੀਂ ਪਤਾ ਸੀਗਾ। ਇਹ ਇੱਕ ਬਹੁਤ ਛੋਟੀ ਕਮੇਟੀ ਸੀ ਜਿਹੜੀ ਨੋਟਾਂ ਨੂੰ ਪਲੀਜ਼ ਪਹਿਲਾਂ ਸ਼ਬਦੀਪ ਜੀ ਗੱਲ ਪੂਰੀ ਸੁਣ ਲਓ ਉਸ ਤੋਂ ਬਾਅਦ ਆਪਣਾ ਰਿਐਕਸ਼ਨ ਦਿਓ। ਜਿਹੜੀ ਨੋਟਾਂ ਨੂੰ ਬੰਦ ਕਰਨ ਦੀ ਗੱਲ ਆ ਉਹ ਇੱਕ ਕਮੇਟੀ ਵੱਲੋਂ ਕੀਤੀ ਗਈ ਆ। ਉਹ ਕਮੇਟੀ ਦੇ ਵਿੱਚ ਜਿਹੜੇ ਸਿਰਫ ਤੇ ਸਿਰਫ ਜਿਹੜੇ ਇਹਨਾਂ ਦੇ ਕੁਝ ਲੋਕ ਸੀ ਜਿਹੜੇ ਪੋਲੀਟੀਕਲ ਲੋਕ ਸੀਗੇ, ਬਾਕੀ ਸਾਰੀ ਜਿਹੜੀ ਕਮੇਟੀ ਸੀਗੀ ਉਹ ਸਿਰਫ ਤੇ ਸਿਰਫ RBI ਨਾਲ ਰਿਲੇਟਡ ਸੀ। ਇਸ ਕਰਕੇ ਇਹ ਜਿਹੜੀ ਹੈਗੀ ਇਸ ਗੱਲ ਨੂੰ ਜਿਹੜੀ MP ਜਿਹੜੇ ਕਹਿ ਰਹੇ ਨੇ ਉਸ ਗੱਲ ਦੇ ਨਾਲ ਨਾ ਜੋੜਿਆ ਜਾਵੇ। ਨੋਟਾਂ ਵਾਲੀ ਗੱਲ ਨੂੰ ਜਿਹੜੇ ਨੋਟ ਬੰਦ ਕਰਨ ਦੀ ਗੱਲ ਆ ਉਹ ਵੱਖਰੀ ਆ, ਸੋਨੇ ਦੀ ਗੱਲ ਜਦੋਂ ਉਹਨਾਂ ਨੇ ਕੀਤੀ ਆ ਤਾਂ ਉਹ ਗੱਲ ਵੱਖਰੀ ਹੈਗੀ, ਇਹਨੂੰ ਇਕੱਠਾ ਕਰਕੇ ਨਾ ਦੇਖਿਆ ਜਾਵੇ। ਹਾਂਜੀ ਦਿਲਰਾਜ ਜੀ। ਕੁਲਵੀਰ ਜੀ ਦੂਜੀ ਚੀਜ਼ ਮੈਂ ਥੋੜੀ ਜਿਹੀ ਕਲੈਰਿਟੀ ਆਪਣੇ ਦਰਸ਼ਕਾਂ ਨੂੰ ਦੇ ਦੇਵਾਂ। ਜਿਹੜਾ CPI ਦਾ 100 ਕਰੋੜ ਦਾ ਬਿਆਨ ਆਇਆ ਵਾ ਕਿ 100 ਕਰੋੜ ਰੁਪਇਆ ਵੈਸਟ ਬੰਗਾਲ ਦੀ ਜਿਹੜੀ BJP ਇਕਾਈ ਉਹਨੇ ਜਮ੍ਹਾਂ ਕਰਵਾ ਦਿੱਤਾ। ਜੇ ਉਹਨਾਂ ਨੂੰ ਪਹਿਲੇ ਪਤਾ ਹੁੰਦਾ ਤੇ ਉਹ 100 ਕਰੋੜ ਰੁਪਇਆ ਜੇ ਬਲੈਕ ਦਾ ਸੀਗਾ ਤੇ ਡੈਫੀਨੇਟਲੀ ਉਹ ਖਾਤੇ ਦੇ ਵਿੱਚ ਨਾ ਜਾਂਦਾ, ਉਹ ਚੇਂਜ ਕਰਦੇ 100 ਰੁਪਏ ਦੇ ਨੋਟਾਂ ਨਾਲ 50 ਰੁਪਏ ਦੇ ਨੋਟਾਂ ਨਾਲ ਜਾਂ ਹੋਰ ਥੱਲੇ ਵਾਲੇ ਨੋਟਾਂ ਨਾਲ, ਜਾਂ ਉਹਦਾ ਸੋਨਾ ਖਰੀਦ ਲੈਂਦੇ, ਕੁਛ ਏਦਾਂ ਦਾ ਕਰਦੇ। ਬੈਂਕ ਦੇ ਵਿੱਚ ਤਾਂ ਉਹ ਨੋਟਬੰਦੀ ਤੋਂ ਬਾਅਦ ਵੀ ਜਮ੍ਹਾਂ ਕਰਵਾ ਸਕਦੇ ਸੀਗੇ। ਡੈਫੀਨੇਟਲੀ ਜੇ 100 ਕਰੋੜ ਰੁਪਏ ਜਮ੍ਹਾਂ ਹੋਇਆ ਵਾ ਤੇ ਉਹ ਵਾਈਟ ਦਾ ਪੈਸਾ ਹੋਏਗਾ, ਕੋਈ ਨਾ ਕੋਈ ਜਸਟੀਫਿਕੇਸ਼ਨ BJP ਕੋਲ ਹੋਏਗੀ। ਪਹਿਲੇ ਜਮ੍ਹਾਂ ਕਰਾਉਣਾ ਜਾਂ ਬਾਅਦ 'ਚ ਜਮ੍ਹਾਂ ਕਰਾਉਣਾ ਉਹ ਜਦੋਂ ਮਰਜ਼ੀ ਕਰਵਾ ਸਕਦੇ ਸੀਗੇ ਤੇ ਇਹ ਕੋਈ ਬਹੁਤਾ ਵੱਡਾ ਰੌਲਾ ਨਹੀਂ ਹੈਗਾ। ਤੇ ਜਿਹੜੀਆਂ ਦੂਜੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਪਏ ਹਾਂ, ਜਿੱਦਾਂ ਤੁਸੀਂ ਕੁਲਵੀਰ ਜੀ ਬਿਲਕੁਲ ਕਿਹਾ, ਨੋਟਬੰਦੀ ਤੇ ਜਿਹੜਾ ਸੋਨੇ ਤੇ ਵਾਲੀ ਗੱਲ ਹੈਗੀ ਆ, ਉਹ ਦੋਨੋਂ ਅੱਡ ਬਿਆਨ ਨੇ, ਦੋਨੋਂ ਅੱਡ ਚੀਜ਼ਾਂ ਨੇ। ਨੋਟਬੰਦੀ ਤੇ ਪ੍ਰਧਾਨ ਮੰਤਰੀ ਤੇ ਅਰੁਣ ਜੇਤਲੀ ਜਿਹੜੇ ਵਿੱਤ ਮੰਤਰੀ ਆ, ਇਹਨਾਂ ਤੋਂ ਇਲਾਵਾ ਸਿਰਫ RBI ਗਵਰਨਿੰਗ ਬੋਡੀ ਦੇ ਕੁਝ ਮੈਂਬਰ ਸੀਗੇ, ਹੋਰ ਤੀਜਾ ਕੋਈ ਬੰਦਾ ਵੀ ਨਹੀਂ ਸੀ।
ਕੈਬਨਿਟ ਤੱਕ ਨੂੰ ਵੀ 500 ਤੇ 1000 ਦੇ ਨੋਟਬੰਦੀ ਦੀ ਗੱਲ ਨਹੀਂ ਪਤਾ ਸੀਗੀ ਤੇ ਆਰਬੀਆਈ ਦੇ ਜਿਹੜੇ ਅਫੀਸ਼ੀਅਲ ਸੀਗੇ ਉਹਨਾਂ ਨੂੰ ਵੀ ਸਟ੍ਰਿਕਟ ਇਨਸਟਰਕਸ਼ਨ ਸੀਗੀਆਂ ਜਿਹੜੇ ਬੰਦੇ ਸੀਗੇ। ਇਹਦਾ ਪ੍ਰੂਫ ਇੱਥੋਂ ਮਿਲਦਾ ਕਿ ਜਿੱਦਣ ਦਿਲਰਾਜ ਜੀ ਜਿੱਦਣ ਉਹਨਾਂ ਨੇ ਸੰਬੋਧਨ ਕੀਤਾ ਆ ਭਾਰਤ ਦੇ ਲੋਕਾਂ ਨੂੰ ਉਦਣ ਉਹਨਾਂ ਨੇ ਨਾਲ ਹੀ ਕੈਬਨਿਟ ਨੂੰ ਵੀ ਸੰਬੋਧਨ ਕੀਤਾ ਔਰ ਉਸ ਦਿਨ ਸਭ ਦੇ ਫੋਨ ਤੱਕ ਜਿਹੜੇ ਹੈਗੇ ਆ ਉਹ ਬਾਹਰ ਰਖਾ ਦਿੱਤੇ ਗਏ ਸੀ ਜਦੋਂ ਉਹਨਾਂ ਨੇ ਅਨਾਉਂਸ ਕੀਤਾ। ਈਵਨ ਕਿ ਮਿਨਿਸਟਰਸ ਦੇ ਸਾਰੇ ਵਿਧਾਇਕਾਂ ਦੇ ਫੋਨ ਬਾਹਰ ਪਏ ਸੀ ਔਰ ਬਿਲਕੁਲ ਹੀ ਉਹਨਾਂ ਨੇ ਡਾਇਰੈਕਟਲੀ ਜਦੋਂ ਕੈਬਨਿਟ ਨੂੰ ਦੱਸਿਆ ਉਸੇ ਸੇਮ ਟਾਈਮ ਦੇ ਉੱਪਰ ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਦੱਸਿਆ। ਬਿਲਕੁਲ ਸਹੀ ਜੀ ਨਾਲ ਦੀ ਕੀ ਕੁਲਵੀਰ ਜੀ ਇੰਨਾ ਜ਼ਿਆਦਾ ਸੀਕ੍ਰੇਸੀ ਸੀ ਕਿ ਸਿਰਫ ਜਿਹੜੀ ਡੇਟ ਕਦੋਂ ਇਹ ਅਨਾਉਂਸਮੈਂਟ ਹੋਣੀ ਸੀਗੀ ਉਹਦੇ ਬਾਰੇ ਆਰਬੀਆਈ ਤੇ ਆਰਬੀਆਈ ਅਫੀਸ਼ੀਅਲਸ ਨੂੰ ਵੀ ਨਹੀਂ ਪਤਾ ਸੀ ਜਿਹੜੇ ਉਹ ਕਮੇਟੀ ਦੇ ਮੈਂਬਰ ਸੀਗੇ। ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਤੇ ਅਰੁਣ ਜੇਤਲੀ ਜਿਹੜੇ ਵਿੱਤ ਮੰਤਰੀ ਅਨਾਉਂਸਮੈਂਟ ਦਾ ਉਹਨਾਂ ਨੂੰ ਪਤਾ ਸੀਗਾ ਕਿ ਕਿਹੜੀ ਡੇਟ ਨੂੰ ਅਨਾਉਂਸ ਕਰਨਾ ਤੇ ਕਦੋਂ ਅਨਾਉਂਸ ਕਰਨਾ ਤੇ ਅਨਾਉਂਸ ਵੀ ਉਸ ਟਾਈਮ ਤੇ ਉਹਨਾਂ ਨੇ ਕੀਤਾ 7:30 8 ਵਜੇ ਜਦੋਂ ਬੈਂਕਿੰਗ ਇੰਡਸਟਰੀ ਬੰਦ ਹੋ ਚੁੱਕੀ ਸੀ। ਲੋਕੀ ਚਾਹ ਕੇ ਵੀ ਲੋਕਰਾਂ 'ਚ ਪਿਆ ਆਪਣਾ ਪੈਸਾ ਨਹੀਂ ਕਢਾ ਸਕਦੇ ਸੀਗੇ, ਲੋਕੀ ਚਾਹ ਕੇ ਵੀ ਆਪਣੇ ਪੈਸੇ ਜਮ੍ਹਾਂ ਨਹੀਂ ਕਰਵਾ ਸਕਦੇ ਸੀ ਬੈਂਕ ਵਿੱਚ। ਸਾਰਾ ਫਾਈਨੈਂਸ਼ੀਅਲ ਸੈਕਟਰ ਬੰਦ ਹੋਣ ਤੋਂ ਬਾਅਦ ਅਨਾਉਂਸਮੈਂਟ ਕੀਤੀ। ਇੰਨੀ ਸੀਕ੍ਰੇਸੀ ਰੱਖਣ ਤੋਂ ਬਾਵਜੂਦ ਵੀ ਜੇ ਲੋਕੀ ਇਲਜ਼ਾਮ ਲਾਉਂਦੇ ਆ ਤੇ ਮਤਲਬ ਮੈਨੂੰ ਅਫਸੋਸ ਉਹ ਲੋਕਾਂ ਦੀਆਂ ਗੱਲਾਂ ਤੇ ਹੁੰਦਾ। ਜੀ ਅਜੀਤ ਜੀ ਕਾਫੀ ਦੇਰ ਤੋਂ ਕੁਝ ਬੋਲਣਾ ਚਾਹ ਰਿਹਾ ਸੀ ਮੈਂ। ਅਜੀਤ ਜੀ ਪਲੀਜ਼ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਜੀ। ਨਹੀਂ ਕਾਫੀ ਗੱਲਾਂ ਤਾਂ ਦਿਲਰਾਜ ਜੀ ਨੇ ਕਰ ਹੀ ਦਿੱਤੀਆਂ ਨੇ। ਸੀਕ੍ਰੇਸੀ ਉਹਨਾਂ ਨੇ ਰੱਖੀ ਹੈ ਔਰ ਬਹੁਤ ਹੀ ਚੰਗੇ ਤਰੀਕੇ ਨਾਲ ਰੱਖੀ ਹੈ। ਸ਼ਾਇਦ ਇੰਨੇ ਤਰੀਕੇ ਦੇ ਨਾਲ ਸੀਕ੍ਰੇਸੀ ਰੱਖਣੀ ਤੇ ਸੀਕ੍ਰੇਸੀ ਨੂੰ ਮੇਨਟੇਨ ਕਰਕੇ ਉਸ ਗੱਲ ਨੂੰ ਉਸ ਨੂੰ ਨਿਭਾਉਣਾ ਵੀ ਏਡੀ ਸੌਖੀ ਗੱਲ ਨਹੀਂ ਹੈਗੀ। ਇੱਥੋਂ ਪਤਾ ਲੱਗਦਾ ਹੈ ਕਮਿਟਮੈਂਟ ਦਾ ਕਿ ਜਿਹੜੇ ਲੋਕ ਇਸ ਵਕਤ ਗਵਰਨਰ ਬੈਠੇ ਨੇ, ਚਾਹੇ ਅਰੁਣ ਜੇਟਲੀ ਹੈ, ਚਾਹੇ ਪ੍ਰਧਾਨ ਮੰਤਰੀ ਹੈ ਜਾਂ ਗਵਰਨਿੰਗ ਬੋਡੀ ਦੇ ਲੋਕ ਨੇ, ਉਹਨਾਂ ਨੇ ਤਨਦੇਹੀ ਦੇ ਨਾਲ ਪੂਰੀ ਕਮਿਟਮੈਂਟ ਦੇ ਨਾਲ ਆਪਣੀ ਡਿਊਟੀ ਨਿਭਾਈ ਹੈ। ਠੀਕ ਹੈ, ਇਹ ਗੱਲ ਦੇ ਨਾਲ ਨਾਲ ਜਿਹੜੀ ਗੱਲ ਇਹ ਹੈਗੀ ਹੈ ਕਿ ਜਦੋਂ ਦੂਜੀਆਂ ਪਾਰਟੀਆਂ ਕੋਈ ਇਹਦੇ ਤੇ ਪ੍ਰਤੀਕਰਮ ਦਿੰਦੀਆਂ ਨੇ ਉਹਨਾਂ ਦੇ ਆਪਣੇ ਪਰਸਨਲ ਵੈਸਟਡ ਇੰਟਰਸਟ ਹੋ ਸਕਦੇ ਨੇ, ਉਹਨਾਂ ਨੂੰ ਨਾਲ ਧਿਆਨ 'ਚ ਰੱਖਣਾ ਚਾਹੀਦਾ। ਕੱਲਾ ਇਹ ਨਹੀਂ ਕਿ ਆਪਾਂ ਪ੍ਰਧਾਨ ਮੰਤਰੀ ਦੀ ਨੁਕਤਾਚੀਨੀ ਕਰੀਏ ਕਿ ਕਿਹੋ ਜਿਹੀ ਜਿਹੜੀ ਹੈਗੀ ਉਹ ਆਪਣੇ ਭਾਸ਼ਣ ਦਿੰਦੇ ਨੇ। ਦੂਜੇ ਲੋਕਾਂ ਦੇ ਪ੍ਰਤੀਕਰਮ ਦੇ ਹਿਸਾਬ ਨਾਲ ਕਈ ਵਾਰ ਭਾਸ਼ਣ ਜ਼ਰੂਰੀ ਹੋ ਜਾਂਦੇ ਨੇ। ਸੋਨੇ ਦੀ ਗੱਲ ਜਿਹੜੀ ਮੈਂ ਕੀਤੀ ਸੀ, ਇਹ ਸੋਨੇ ਦੀ ਗੱਲ ਜਿਹੜੀ ਹੈਗੀ 2.5 ਲੱਖ ਤੋਂ ਵੱਧ ਲੈਣ ਦੀ ਜਿਹੜੀ ਉਹ ਪੈਨ ਕਾਰਡ ਦਿਖਾਉਣ ਦੀ ਪਹਿਲਾਂ ਤੋਂ ਲਾਗੂ ਹੈ। ਸਿਰਫ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਮੇਰੇ ਕੋਲ ਐਮਪੀਜ਼ ਨੇ ਕਿਹਾ ਸੀ ਕਿ ਹਟਾ ਦਿੱਤੀ ਜਾਵੇ, ਪਰ ਮੈਂ ਉਹਨਾਂ ਦੀ ਗੱਲ ਇਹ ਮੰਨੀ ਨਹੀਂ ਹੈਗੀ। ਸਿਰਫ ਇੰਨੀ ਗੱਲ ਹੈ। ਔਰ ਇਹ ਕਰੰਸੀ ਦੇ ਜਿਹੜਾ ਇਹ ਸਾਰੀ ਮੁੱਦਾ ਹੈ ਉਹ ਤੋਂ ਬਿਲਕੁਲ ਇੱਕ ਵੱਖਰੀ ਚੀਜ਼ ਹੈ। ਜੀ ਜੇ ਆਪਾਂ ਗੱਲ ਕਰੀਏ ਆਪਾਂ ਥੋੜਾ ਜਿਹਾ ਪੰਜਾਬ ਦੀ ਇਲੈਕਸ਼ਨ ਨਾਲ ਜੋੜ ਕੇ ਦੇਖਦੇ ਹਾਂ ਕਿ ਜਿਹੜੇ ਨੋਟ ਚੇਂਜ ਕਰਨ ਵਾਲੀ ਜਿਹੜੀ ਸਕੀਮ ਆ ਜਾਂ ਪ੍ਰੋਜੈਕਟ ਹੈ ਭਾਰਤ ਸਰਕਾਰ ਦਾ ਬੀਜੇਪੀ ਦਾ, ਜੇ ਆਪਾਂ ਇਹਨੂੰ ਸਿਆਸੀ ਕਿਉਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਇਹਦੇ ਉੱਪਰ ਸਿਆਸਤ ਹੋ ਰਹੀ ਆ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ ਕਿ ਅਗਰ ਇਹਨੂੰ ਕਿਤੇ ਥੋੜੀ ਬਹੁਤ ਵੀ ਅਗਰ ਕਾਮਯਾਬੀ ਮਿਲਦੀ ਆ ਮੋਦੀ ਸਾਹਿਬ ਨੂੰ, ਇਹਦੇ ਵਿੱਚ ਪੈਸਾ ਤਾਂ ਦੇਖੋ ਕਾਫੀ ਜਿਹੜਾ ਹੈਗਾ, ਇੱਕ ਗੱਲ ਤੇ ਤਾਂ ਆਪਾਂ ਮੇਰੇ ਖਿਆਲ ਸਾਰੇ ਸਹਿਮਤ ਹੋਵਾਂਗੇ ਕਿ ਬਲੈਕ ਮਨੀ ਥੋੜੀ ਨਹੀਂ ਜ਼ਿਆਦਾ ਨਹੀਂ ਜਿੰਨੀ ਵੀ ਆਊਗੀ ਪਰ ਭਾਰਤ ਸਰਕਾਰ ਦੇ ਕੋਲ ਕੁਝ ਬਲੈਕ ਮਨੀ ਜਿਹੜੀ ਹੈਗੀ ਆ ਉਹ ਜ਼ਰੂਰ ਆ ਜਾਣੀ ਆ। ਕਿਤੇ ਨਾ ਕਿਤੇ ਪੈਸਾ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਸੀਗਾ, ਡੈਡ ਮਨੀ ਸੀ, ਉਹ ਸਰਕੂਲੇਸ਼ਨ ਦੇ ਵਿੱਚ ਆ ਜਾਣੀ ਆ। ਫਰਕ ਤੇ ਜਿੱਦਾਂ ਦਿਲਰਾਜ ਨੇ ਪਹਿਲਾਂ ਕਿਹਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਪਊਗਾ, ਬਹੁਤ ਸਾਰਾ ਫਰਕ ਪਊਗਾ। ਇਹਦੇ ਨਾਲ ਇੱਕ ਮੋਦੀ ਜੀ ਦਾ ਬਿਆਨ ਹੈ ਕਿ ਅਗਰ ਸਾਰਾ ਕੁਝ ਵਾਈਟ ਹੋ ਜਾਏ, ਅਸੀਂ ਲੋਕ ਅਗਰ ਸੁਧਰ ਜਾਈਏ, ਅਸੀਂ ਲੋਕ ਅਗਰ ਸਭ ਕੁਝ ਡਿਕਲੇਅਰ ਕਰ ਦਾਂਗੇ ਤਾਂ ਸਾਨੂੰ ਕਿਸੇ ਵੀ ਬਾਊ ਦੇ ਕੋਲੋਂ, ਇਨਕਮ ਟੈਕਸ ਵਾਲੇ ਦੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ ਤੇ ਕਰਪਸ਼ਨ ਜਿਹੜੀ ਹੈਗੀ ਆ ਉਹ ਆਪਣੇ ਆਪ ਹੀ ਜਿਹੜੀ ਹੌਲੀ ਹੌਲੀ ਪਿੱਛੇ ਚਲੀ ਜਾਵੇਗੀ। ਕਿਉਂਕਿ ਜਿਹੜਾ 2 ਨੰਬਰ ਦਾ ਪੈਸਾ ਜਿਹਦੇ ਕੋਲ ਹੁੰਦਾ ਉਹ ਉਨੀ ਜ਼ਿਆਦਾ ਕਰਪਸ਼ਨ ਕਰਦਾ ਤੇ ਉਨੇ ਹੀ ਜ਼ਿਆਦਾ ਜਿਹੜੇ ਹੈਗੇ ਆ ਸਰਕਾਰੀ ਤੰਤਰ ਦੇ ਨਾਲ ਜਿਹੜਾ ਹੈ ਉਹ ਖੇਡਦਾ। ਗੱਲ ਜਿਹੜੀ ਮੈਂ ਲੈ ਕੇ ਆ ਰਿਹਾ ਕਿ ਮੋਦੀ ਸਾਹਿਬ ਨੇ ਕਿਹਾ ਕਿ ਕਰਪਸ਼ਨ ਜਿਹੜੀ ਹੈਗੀ ਆ ਹੌਲੀ ਹੌਲੀ ਇਹਦੇ ਨਾਲ ਉਹਨਾਂ ਨੇ ਕਿਹਾ ਕਿ 2014 ਦੇ ਵਿੱਚ ਜਿਹੜੀ ਵੋਟ ਪਈ ਸੀ ਉਹਨਾਂ ਨੂੰ ਲੋਕਾਂ ਨੇ ਪਾਈ ਸੀ ਕਿ ਉਹਨਾਂ ਨੇ ਕਰਪਸ਼ਨ ਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਵੋਟ ਪਾਈ ਸੀ ਔਰ ਉਸੇ ਦੇ ਲਈ ਉਹਨਾਂ ਨੇ ਇੱਕ SIT ਬਣਾਈ ਸੀ ਸਪੈਸ਼ਲ ਮਨੀ ਲਾਂਡਰਿੰਗ ਦੇ ਲਈ, ਜਿਹੜੇ ਮਨੀ ਲਾਂਡਰਿੰਗ ਦੇ ਮੁੱਦੇ ਉੱਪਰ, ਬਲੈਕ ਮਨੀ ਦੇ ਮੁੱਦੇ ਉੱਪਰ, ਔਰ 10 ਮਹੀਨੇ ਲੱਗੇ ਉਹਨਾਂ ਨੂੰ ਇਹਨੂੰ ਐਗਜ਼ੀਕਿਊਟ ਕਰਨ ਵਾਸਤੇ। ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਇਹਦੇ ਉੱਪਰ ਰਿਐਕਸ਼ਨ ਦੇ ਰਹੀ ਹੈ। ਮੇਰਾ ਸਵਾਲ ਜਿਹੜਾ ਅਗਲਾ ਹੈ ਕਿ ਮੈਂ ਜਿੱਦਾਂ ਪਿਛਲੇ ਅੱਧ ਦੇ ਵਿੱਚ ਜਦੋਂ ਸਾਡੇ ਨਾਲ ਕਾਲਰ ਜੁੜੇ ਸੀ ਮੈਂ ਉਸ ਵੇਲੇ ਵੀ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਇਸ ਕਰਕੇ ਹੜਬੜਾਹਟ ਦੇ ਵਿੱਚ ਹੈ ਕਿ ਉਹਨਾਂ ਦੇ ਹੱਥੋਂ ਇੱਕ ਹੀ ਇੱਕ ਮੁੱਦਾ ਹੈ
ਕਰਪਸ਼ਨ ਦਾ, ਕਿਉਂਕਿ ਉਹਨਾਂ ਨੂੰ ਇੰਨੇ ਪੁਰਾਣੀ ਪਾਰਟੀ ਨਹੀਂ ਹੈ ਕਿ ਉਹ ਹੋਰ ਕਿਸੇ ਮੁੱਦੇ ਦੇ ਉੱਪਰ ਆਪਣੇ ਆਪ ਨੂੰ ਐਸਟੈਬਲਿਸ਼ ਕਰ ਸਕਣ ਜਾਂ ਉਹਨਾਂ ਦੇ ਕੋਲ ਕੋਈ ਮੁੱਦਾ ਹੋਵੇ। ਦਿੱਲੀ ਅਜੇ ਉਹਨਾਂ ਨੇ ਇੰਨੇ ਜ਼ਿਆਦਾ ਕੰਮ ਨਹੀਂ ਕੀਤੇ ਜਾਂ ਜਿਨ੍ਹਾਂ ਦਾ ਉਹ ਹਵਾਲਾ ਦੇ ਕੇ ਭਾਰਤ ਦੇ ਵਿੱਚ ਆਪਣਾ ਵਜੂਦ ਜਿਹੜਾ ਦੱਸ ਸਕਦੇ ਹਨ। ਕਰਪਸ਼ਨ ਦੇ ਮੁੱਦੇ ਦੇ ਉੱਪਰ ਉਹਨਾਂ ਦੀ ਇੱਕ ਸ਼ਾਖ ਬਣੀ ਹੋਈ ਆ, ਲੋਕ ਉਹਨਾਂ ਦੇ ਉੱਪਰ ਭਰੋਸਾ ਕਰਦੇ ਨੇ। ਪਰ ਮੋਦੀ ਸਾਹਿਬ ਦੇ ਇਸ ਸਟੈਪ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਹੋਵੇਗਾ ਕਿ ਕਰਪਸ਼ਨ ਦਾ ਮੁੱਦਾ ਹੌਲੀ ਹੌਲੀ ਬੀਜੇਪੀ ਸਾਡੇ ਕੋਲੋਂ ਖੋਹ ਨਾ ਲਵੇ। ਸ਼ਾਇਦ ਇਸ ਕਰਕੇ ਬਹੁਤ ਵੱਡਾ ਵਿਰੋਧ ਦਰਜ ਕੀਤਾ ਜਾ ਰਿਹਾ। ਸੀਪੀ ਜੀ। ਬਿਲਕੁਲ ਬਿਲकुल ਕੁਲਬੀਰ ਜੀ, ਦੇਖੋ ਕੱਲ ਇੱਕ ਨਿਊਜ਼ ਚੈਨਲ ਤੇ ਇੰਟਰਵਿਊ ਦੇ ਰਹੇ ਸੀ ਕੇਜਰੀਵਾਲ ਸਾਹਿਬ, ਉੱਥੇ ਉਹਨਾਂ ने किया कि हमारा मुद्दा भी करप्शन है लेकिन ये स्टेप करप्शन के लिए गलत है। तो जो उन्होंने एक क्वेश्चन पूछा गया कि ਤੁਹਾਡੇ ਵੱਲੋਂ ਕੀ ਸਟੈਪ ਹੋਣਾ ਸੀਗਾ, ਤਾਂ ਉਹਨਾਂ ਕੋਲ ਉਸਦਾ ਕੋਈ ਜਵਾਬ ਨਹੀਂ ਸੀ। तो ਕਿਤੇ ਨਾ ਕਿਤੇ ਜੇ ਸਾਡੇ ਕੋਲ ਉਸ ਚੀਜ਼ ਦਾ ਕੋਈ ਜਵਾਬ ਹੀ ਨਹੀਂ ਹੈ ਔਰ ਅਸੀਂ ਇਸ ਮੋਦੀ ਦੇ ਸਟੈਪ ਤੋਂ ਹੜਬੜਾਏ ਹੋਏ ਆ ਕਿ ਸਾਡੇ ਤੋਂ ਸਾਡਾ ਇੱਕੋ ਇੱਕ ਇਕਲੌਤਾ ਮੁੱਦਾ ਸੀ ਕਰਪਸ਼ਨ, ਜਿਹਦੇ ਕਰਕੇ ਅਸੀਂ ਵੋਟਾਂ ਲੈਣੀਆਂ ਸੀ, ਉਹ ਸਾਡੇ ਤੋਂ ਖਿਸਕਦਾ ਨਜ਼ਰ ਆਇਆ। ਬਿਲਕੁਲ ਉਹਨਾਂ ਦੇ ਟਵੀਟਸ ਤੋਂ ਵੀ ਔਰ ਉਹਨਾਂ ਦੀ ਇੰਟਰਵਿਊ ਤੋਂ ਵੀ ਬਿਲਕੁਲ ਝਲਕਦਾ ਹੈ ਕਿ ਕਿਤੇ ਨਾ ਕਿਤੇ ਉਹ ਬਿਲਕੁਲ ਹਿਲ ਚੁੱਕੇ ਹੈ, ਕਿਉਂਕਿ ਇਹ ਜਿਹੜਾ ਸਟੈਪ ਉਹਨਾਂ ਨੇ ਮੋਦੀ ਸਾਹਿਬ ਨੇ ਚੱਕਿਆ ਅਗੇਂਸਟ ਕਰਪਸ਼ਨ, ਤਾਂ ਇਹ ਬਹੁਤ ਹੀ ਸੋਲਿਡ ਸਟੈਪ ਸੀ ਔਰ ਇਹ ਸਾਰਿਆਂ ਨੂੰ ਵੀ ਕਲੀਅਰ ਹੈ। ਇਸੇ ਕਰਕੇ ਇਹਦੇ ਉੱਪਰ ਮੁੱਦੇ ਦੀ ਰਾਜਨੀਤੀ ਨਹੀਂ, ਸਿਰਫ ਇੱਕ ਐਵੇਂ ਹਵਾ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ। ਜੀ ਦਿਲਰਾਜ ਜੀ, ਕੀ ਆਮ ਆਦਮੀ ਪਾਰਟੀ ਦੇ ਹੱਥੋਂ ਕਰਪਸ਼ਨ ਦਾ ਮੁੱਦਾ ਖਿਸਕਦਾ ਨਜ਼ਰ ਆ ਰਿਹਾ? ਬਿਲਕੁਲ ਕੁਲਵੀਰ ਜੀ, ਇਹਦਾ ਬਹੁਤ ਵੱਡਾ ਇਫੈਕਟ ਆਉਣ ਵਾਲੀਆਂ ਪੰਜਾਬ ਚੋਣਾਂ, ਯੂਪੀ ਚੋਣਾਂ ਤੇ ਜਿਹੜੀਆਂ ਗੋਆ ਚੋਣਾਂ ਉਹਦਾ ਵਿੱਚ ਹੋਏਗਾ। ਕੱਲ ਜਿਹੜੀ ਗੋਆ ਦੇ ਵਿੱਚ ਮੋਦੀ ਸਾਹਿਬ ਨੇ ਰੈਲੀ ਕੀਤੀ, ਉਹਦੇ ਵਿੱਚ ਦੇਖਣ ਵਾਲੀ ਭੀੜ ਉਮੜੀ। ਡੈਫੀਨੇਟਲੀ 100% ਉਹ ਤਬਕਾ ਜਿਹੜਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਜਾ ਰਿਹਾ ਸੀ, ਜਿਹੜਾ ਕਰਪਸ਼ਨ ਤੋਂ ਪਰੇਸ਼ਾਨ ਸੀ, ਜਿਹੜਾ ਸੋਚ ਰਿਹਾ ਸੀਗਾ ਕਿ ਹਾਂ ਆਮ ਆਦਮੀ ਪਾਰਟੀ ਆਏਗੀ ਤੇ ਕਰਪਸ਼ਨ ਦਾ ਬਦਲਾਵ ਹੋਏਗਾ, ਕਿਉਂਕਿ ਆਮ ਆਦਮੀ ਪਾਰਟੀ ਹਜੇ ਤੱਕ ਜੋ ਗੱਲਾਂ ਕਰਦੀ ਸੀ ਐਂਟੀ ਕਰਪਸ਼ਨ ਦੀਆਂ ਕਰਦੀ ਸੀ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਛੋਟੀਆਂ ਕਰਪਸ਼ਨ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀਗੇ, ਜਿੱਦਾਂ ਪੁਲਿਸ ਵਾਲਾ ਘੂਸ ਲੈਂਦਾ ਹੈ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਘੂਸ ਲਈ ਜਾਂਦੀ ਹੈ। ਕਾਫੀ ਸ਼ੁਰੂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਐਂਟੀ ਕਰਪਸ਼ਨ ਸੈੱਲ ਬਣਾਏ, ਹੋਰ ਕਈ ਚੀਜ਼ਾਂ ਬਣਾਈਆਂ। ਪਰ ਮੋਦੀ ਸਾਹਿਬ ਦਾ ਜਿਹੜਾ ਮਾਸਟਰ ਸਟ੍ਰੋਕ ਸੀਗਾ, ਜਿਹਦੇ ਨਾਲ ਕਰਪਸ਼ਨ ਦੇ ਬੇਤਾਜ ਬਾਦਸ਼ਾਹ ਵੀ ਸੀ, ਉੱਥੋਂ ਲੈ ਕੇ ਤੇ ਇੱਕ ਆਮ ਬੰਦਾ ਵੀ ਜਿਹੜਾ ਬਲੈਕ ਮਾਰਕੀਟ ਜਾਂ ਫੇਕ ਕਰੰਸੀ ਨਾਲ ਜੁੜਿਆ ਹੋਇਆ ਸੀਗਾ, ਉਹ ਸਾਰੇ ਇੱਕੋ ਸਟ੍ਰੋਕ ਨਾਲ ਡਿਸਟਰੋਏ ਹੋ ਗਏ। ਮੈਂ ਸਮਝਦਾ ਕਿ ਆਮ ਲੋਕਾਂ ਦੇ ਵਿੱਚ ਮੋਦੀ ਸਾਹਿਬ ਜਿਹੜਾ ਇੱਕ ਨਾਮ ਸੀ ਉਹ ਹੋਰ ਜ਼ਿਆਦਾ ਪਪੂਲਰ ਹੋ ਗਿਆ। ਡੈਫੀਨੇਟਲੀ ਇਹਦਾ ਨੁਕਸਾਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਹੁੰਦਾ ਦਿਖਦਾ ਪਿਆ ਤੇ ਇਹਦਾ ਸਿੱਧੇ ਤੌਰ ਤੇ ਫਾਇਦਾ ਬੀਜੇਪੀ ਨੂੰ ਹੁੰਦਾ ਦਿਖਦਾ ਪਿਆ। ਤੁਸੀਂ ਦੇਖੋਗੇ ਕਿ 3 ਮਹੀਨੇ ਰਹਿੰਦੇ ਇਲੈਕਸ਼ਨਾਂ ਵਿੱਚ ਇਹਦਾ ਅਸਰ ਦਿਖਣ ਜਾ ਰਿਹਾ। ਜਿਹੜੀ ਬੀਜੇਪੀ ਬਿਲਕੁਲ ਆਪਣੀ ਸਾਥ ਗਵਾ ਚੁੱਕੀ ਸੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਬੰਧਨ ਤੋਂ ਬਾਅਦ, ਉਹ ਬੀਜੇਪੀ ਡੈਫੀਨੇਟਲੀ ਕੁਝ ਚੰਗਾ ਕਰੇਗੀ ਪੰਜਾਬ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ ਤੇ ਗੋਆ ਦੇ ਵਿੱਚ ਵੀ। ਦਿਲਰਾਜ ਜੀ, ਕੀ ਤੁਸੀਂ ਮੋਦੀ ਸਾਹਿਬ ਦੇ ਇਸ ਮੂਵ ਨੂੰ ਦੋਨੋਂ ਪਾਸੇ ਲੈਂਦੇ ਹੋ ਕਿ ਦੇਸ਼ ਦੇ ਵਿੱਚੋਂ ਕਰਪਸ਼ਨ ਤੇ ਉਹਨਾਂ ਨੇ ਘੱਟ ਕਰਨੀ ਸੀ, ਪਰ ਉਹਨਾਂ ਨੇ ਇਹ ਵੀ ਦੇਖਿਆ ਕਿ ਅੱਗੇ 4 ਸਟੇਟਾਂ ਦੇ ਇਲੈਕਸ਼ਨਸ ਆ ਰਹੇ ਨੇ, ਅਗਰ ਇਹ ਮੌਕੇ ਦੇ ਉੱਪਰ ਮੈਂ ਇਸ ਚੀਜ਼ ਨੂੰ ਕਰਾਂਗਾ ਤਾਂ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੀ ਕਿ ਆਪਾਂ ਦੇਖ ਸਕਦੇ ਪੰਜਾਬ ਦੇ ਵਿੱਚ ਵੀ ਕੋਈ ਬਹੁਤ ਵਧੀਆ ਹਾਲਤ ਨਹੀਂ ਹੈਗੀ ਬੀਜੇਪੀ ਅਕਾਲੀਆਂ ਦੀ, ਯੂਪੀ ਦੇ ਵਿੱਚ ਵੀ ਕੋਈ ਬਹੁਤ ਵਧੀਆ ਹਾਲੇ ਤੱਕ ਦੇਖਣ ਨੂੰ ਨਹੀਂ ਮਿਲੀ, ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਵੀ ਉਹਨਾਂ ਨੇ ਨਾਲ ਕਰ ਲਈ। ਯਾਨੀ ਆਪਾਂ ਇਹ ਕਹਿ ਸਕਦੇ ਕਿ ਸਿਆਸਤ ਵੀ ਕੀਤੀ ਹੈ ਉਹਨਾਂ ਨੇ ਇਹਦੇ ਨਾਲ। ਕੁਲਵੀਰ ਜੀ, ਪਰਸਨਲ ਤੌਰ ਤੇ ਮੈਂ ਦੇਖਾਂ ਤੇ ਮੈਨੂੰ ਸਿਆਸਤ ਘੱਟ ਲੱਗਦੀ ਹੈ। ਡੈਫੀਨੇਟਲੀ ਉਹਦਾ ਫਾਇਦਾ ਹੋਏਗਾ, ਹੋ ਸਕਦਾ ਉਹਦਾ ਨੁਕਸਾਨ ਵੀ ਹੋ ਜਾਵੇ, ਕਿਉਂਕਿ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਪਈ ਹੈ। ਪਰ ਮੈਨੂੰ ਸਿਆਸਤ ਘੱਟ ਲੱਗਦੀ ਪਈ ਹੈ। ਬਾਕੀ ਕੁਝ ਹੱਦ ਤੱਕ ਤਾਂ ਸਿਆਸਤ ਵੀ ਹੋਏਗੀ। ਮੋਦੀ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਸਟੇਟ ਲੈਵਲ ਤੇ ਜ਼ਿਆਦਾ ਸੋਚ ਰਿਹਾ। ਮੋਦੀ ਸਾਹਿਬ ਦਾ ਜਿਹੜਾ ਇੱਕ ਨਿਕਾਤੀ ਪ੍ਰੋਗਰਾਮ ਹੈ, ਉਹ ਪ੍ਰੋਗਰਾਮ ਇਹ ਵਾਲੇ ਤੋਂ ਤਾਂ ਹੀ ਲੱਗਦਾ ਕਿ ਕਰਪਸ਼ਨ ਨੂੰ ਖਤਮ ਕਰਨਾ ਚਾਹੁੰਦੇ ਸੀ, ਬਲੈਕ ਮਾਰਕੀਟ ਨੂੰ ਖਤਮ ਕਰਨਾ ਚਾਹੁੰਦੇ ਸੀ, ਤੇ ਨਾਲ ਦੀ ਨਾਲ ਮੋਦੀ ਸਾਹਿਬ ਅਗਲੇ 10-15 ਸਾਲ ਸੈਂਟਰ ਦੇ ਵਿੱਚ ਵੀ ਰਾਜ ਕਰਨਾ ਚਾਹੁੰਦੇ ਆ, ਤੇ ਏਦਾਂ ਦੇ ਬੋਲਡ ਸਟੈਪ ਲੈਣਗੇ ਤੇ ਲੋਕੀ ਉਹਨਾਂ ਨੂੰ ਯਾਦ ਰੱਖਣਗੇ ਤੇ ਵੋਟਿੰਗ ਹੋਏਗੀ। ਮੋਦੀ ਸਾਹਿਬ ਦੀ ਸੋਚ ਇਸ ਵੇਲੇ ਬਹੁਤ ਵੱਡੇ ਲੈਵਲ ਦੀ ਲੱਗਦੀ ਪਈ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਛੋਟੀਆਂ ਸਟੇਟ ਇਲੈਕਸ਼ਨ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਪਏ ਆ। ਬੀਜੇਪੀ ਜ਼ਰੂਰ ਲੈਂਦੀ ਹੋਏਗੀ, ਪਰ ਮੋਦੀ ਸਾਹਿਬ ਦਾ ਵਿਜ਼ਨ ਕਲੀਅਰ ਦਿਖਦਾ ਪਿਆ ਇਸ ਵੇਲੇ। ਮੋਦੀ ਸਾਹਿਬ ਦੇਸ਼ ਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਆ, ਤੇ ਨਾਲ ਦੀ ਨਾਲ ਮੈਨੂੰ ਪਰਸਨਲ ਤੌਰ ਤੇ ਲੱਗਦਾ ਕਿ ਜੇ ਏਦਾਂ ਦੇ 2-4 ਸਟੈਪ ਹੋਰ ਲੈ ਜਾਣ, ਬਲੈਕ ਮਾਰਕੀਟ ਨੂੰ ਲੈ ਕੇ, ਫੇਕ ਕਰੰਸੀ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ, ਤੇ ਸ਼ਾਇਦ ਜਿਹੜੀਆਂ 2019 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋਣੀ ਹੈ, ਉਹਦੇ ਵਿੱਚ ਵੀ ਮੋਦੀ ਜਿਹੜਾ ਇੱਕ ਨਾਰਾ 2014 ਦੇ ਵਿੱਚ ਲੱਗਿਆ ਸੀਗਾ, ਬੀਜੇਪੀ ਮੋਦੀ ਨਾਰੇ ਨੂੰ ਹੀ ਅੱਗੇ ਲਿਆ ਕੇ
ਉਹ ਵਾਲੀ ਇਲੈਕਸ਼ਨ ਵੀ ਜਿੱਤ ਸਕਦੀ ਹੈ। ਸ਼ਬਦੀਪ ਜੀ। ਸਿੰਘ ਸਾਹਿਬ ਦੇਖੋ ਇਹਦੇ ਵਿੱਚ ਬੜੀ ਸਪਸ਼ਟ ਸ਼ਬਦੀਪ ਜੀ ਕੋਈ ਗੱਲ ਨਹੀਂ ਜੀ ਨਹੀਂ ਚੱਲਣ ਦਿਓ। ਸ਼ਬਦੀਪ ਜੀ ਤੁਸੀਂ ਪਲੀਜ਼ ਗੱਲ ਕੰਪਲੀਟ ਕਰਿਆ ਕਰੋ। ਜਦੋਂ ਮੈਂ ਅਨਾਉਂਸ ਕਰਦਾ ਹੁੰਦਾ ਪਲੀਜ਼ ਉਸ ਵੇਲੇ ਤੁਸੀਂ ਜਿਹਨੂੰ ਮੈਂ ਜਦੋਂ ਨਾਮ ਅਨਾਉਂਸ ਕਰਦਾ। ਮੈਂ ਕੀ ਕਰ ਸਕਦਾ ਜੀ ਜਦੋਂ ਬੋਲਣਾ ਤੁਸੀਂ। ਸ਼ਬਦੀਪ ਜੀ ਪਲੀਜ਼ ਸਾਡੇ ਸ਼ੋਅ ਦੀ ਗਰਿਮਾ ਬਣਾ ਕੇ ਰੱਖਿਆ ਕਰੋ ਪਲੀਜ਼। ਹਾਂਜੀ ਸ਼ਬਦੀਪ ਜੀ। ਸ਼ਬਦੀਪ ਜੀ ਚੁੱਪ ਕਰਕੇ ਮੈਂ ਤੁਸੀਂ ਇਸ ਗੱਲ ਤੇ ਗੱਲ ਨਾ ਕਰੋ, ਗੱਲ ਕਰੋ ਆਪਣੀ। ਸ਼ਬਦੀਪ ਜੀ ਪਹਿਲਾਂ ਉਹ ਕੰਪਲੀਟ ਕਰ ਲੈਣਾ, ਮੈਂ ਕੋਈ ਗਲਤ ਤਾਂ ਕਿਹਾ ਹੀ ਨਹੀਂ। ਜਦੋਂ ਮੈਂ ਅਨਾਉਂਸ ਕੀਤਾ ਸ਼ਬਦੀਪ ਜੀ ਤਾਂ ਪਲੀਜ਼ ਤੁਸੀਂ ਬੋਲੋ ਜੀ। ਠੀਕ ਹੈ ਜੀ। ਦੇਖੋ ਮੈਂ ਇਹ ਕਹਿੰਦਾ ਕਿ ਪੋਲੀਟੀਕਲ ਪਾਰਟੀ ਕਿਸੇ ਵੀ ਮੁੱਦੇ ਦੇ ਉੱਤੇ, ਚਾਹੇ ਉਹ ਧਰਮ ਦਾ ਮੁੱਦਾ ਹੋਵੇ, ਚਾਹੇ ਕਰਪਸ਼ਨ ਦਾ ਮੁੱਦਾ ਹੋਵੇ, ਉਹਦੇ ਤੇ ਪੋਲੀਟਿਕਸ ਨਾ ਕਰੇ। ਇਸ ਦੀ ਅਸੀਂ ਕਲਪਨਾ ਕਿਉਂ ਕਰੀਏ? ਜਿਹਦੇ ਕੋਲੇ ਕਰਪਸ਼ਨ ਤੋਂ ਸਿਵਾ ਕੋਈ ਵੱਡਾ ਮੁੱਦਾ ਨਹੀਂ ਸੀ, ਜਦੋਂ ਕਰਪਸ਼ਨ ਦੇ ਉੱਤੇ ਉਹ ਅੰਡਰ ਅਟੈਕ ਆ ਜਾਵੇ, ਉਹਨੂੰ ਚੁਣੌਤੀ ਮਿਲ ਜਾਵੇ ਕਿ ਮੇਰਾ ਮੁੱਦਾ ਕੋਈ ਹੋਣ ਜਾ ਰਿਹਾ, ਤਾਂ ਕੁਦਰਤੀ ਗੱਲ ਹੈ ਉਹ ਵੀ ਇਸ ਮੁੱਦੇ ਨੂੰ ਲੈ ਕੇ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਬਦਲਵੇਂ ਰੂਪ ਦੇ ਵਿੱਚ, ਮੋੜਵੇਂ ਜਵਾਬ ਦੇ ਵਿੱਚ ਨਵੇਂ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰੇਗਾ। ਇਹ ਗੱਲ ਕੁਦਰਤੀ ਆ। ਔਰ ਇਹਦੇ ਵਿੱਚ ਜੇ ਕੇਜਰੀਵਾਲ ਸਾਹਿਬ ਕਰਦੇ ਨੇ ਹਰ ਮੁੱਦੇ ਦੇ ਉੱਤੇ ਉਹਨਾਂ ਦਾ, ਤਾਂ ਉਹ ਕਹਿਣ ਦੀ ਕੋਈ ਜ਼ਰੂਰਤ ਨਹੀਂ। ਉਹਨਾਂ ਸਾਹਮਣੇ ਵੀ ਇੱਕ ਬਹੁਤ ਵੱਡੀ ਸਿਚੁਏਸ਼ਨ ਹੈ ਕਿ ਜਿਹੜਾ ਆਧਾਰ ਦੇ ਉੱਤੇ ਮੈਂ ਆਪਣੇ ਆਪ ਨੂੰ ਸੈਲਿਸ਼ ਕੀਤਾ, ਜੇ ਉਹ ਆਧਾਰ ਹੀ ਮੇਰੀ ਪੈਰਾਂ ਤੋਂ ਖਿੱਚ ਲਿਆ ਜਾਂਦਾ, ਜੇ ਜ਼ਮੀਨ ਹੀ ਮੇਰੇ ਕੋਲ ਨਹੀਂ ਬਚਦੀ, ਤਾਂ ਮੈਂ ਉਸ ਜ਼ਮੀਨ ਦੇ ਆਧਾਰ ਦੇ ਉੱਤੇ ਕਿਤੇ ਅੱਗੇ ਵੱਧ ਸਕਾਂਗਾ। ਨੋ ਪ੍ਰੋਬਲਮ, ਉਹਨਾਂ ਨੂੰ ਕਰਨ ਦਾ ਹੱਕ ਆ। ਪਰ ਸਵਾਲ ਫਿਰ ਉਹੀ ਹੈ ਕਿ ਜੋ ਕੋਈ ਕਰਨਾ ਚਾਹੁੰਦਾ ਕਿ ਉਹ ਇਸ ਮੁਲਕ ਦੇ ਲੋਕਾਂ ਨੂੰ ਉਹ ਦੇਣਾ ਵੀ ਚਾਹੁੰਦਾ ਕਿ ਨਹੀਂ ਦੇਣਾ ਚਾਹੁੰਦਾ। ਤੁਸੀਂ ਕਰਪਸ਼ਨ ਦਾ ਵਿਰੋਧ ਕਰਦੇ ਹੋ ਕਿ ਕਰਪਸ਼ਨ ਫ੍ਰੀ ਸੁਸਾਇਟੀ ਤੁਸੀਂ ਲੋਕਾਂ ਨੂੰ ਦੇਣਾ ਵੀ ਚਾਹੁੰਦੇ ਹੋ ਕਿ ਨਹੀਂ? ਹੁਣ ਜਦੋਂ ਇਹ ਨੋਟਾਂ ਵਾਲਾ ਮਾਮਲਾ ਵੀ ਆਇਆ ਤੇ ਟੈਕਸੇਸ਼ਨ ਡਿਪਾਰਟਮੈਂਟ ਵੱਲੋਂ ਛਾਪੇਮਾਰੀ ਦੀਆਂ ਕੁਝ ਘਟਨਾਵਾਂ ਵੀ ਵਾਪਰੀਆਂ, ਦਿੱਲੀ 'ਚ ਵੀ ਵਾਪਰੀਆਂ, ਤਾਂ ਕੇਜਰੀਵਾਲ ਸਾਹਿਬ ਨੇ ਬਹੁਤ ਖੁਸ਼ ਹੋ ਕੇ ਲੋਕਾਂ ਨੂੰ ਦੱਸਿਆ ਕਿ ਦਿੱਲੀ ਦੇ ਲੋਕ ਇਹ ਗੱਲ ਜਾਣ ਲੈਣ ਕਿ ਜਿਹੜਾ ਵੈਟ ਦਿੱਲੀ ਸਰਕਾਰ ਦੇ ਭਾਈ ਉਹ ਤੁਹਾਡੇ ਤੇ ਛਾਪੇ ਨਹੀਂ ਮਾਰ ਰਿਹਾ, ਇਹ ਤਾਂ ਉਹ ਟੈਕਸੇਸ਼ਨ ਡਿਪਾਰਟਮੈਂਟ ਛਾਪੇ ਮਾਰ ਰਿਹਾ, ਜਿਹਦਾ ਸਿੱਧੇ ਦਾ ਸਿੱਧਾ ਕੰਟਰੋਲ ਕੇਂਦਰ ਸਰਕਾਰ ਕੋਲ ਆ। ਇਹਦਾ ਮਤਲਬ ਇਹ ਹੋਇਆ ਕਿ ਜੇ ਕਰਪਸ਼ਨ ਲਈ ਵੀ ਕੋਈ ਅਟੈਕ ਕਰਦਾ ਵਾ ਲੋਕਾਂ ਦੀ, ਤੇ ਉਦੋਂ ਵੀ ਤੁਸੀਂ ਇਹ ਵਿਚਾਰ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਜੇ ਪੈਸੇ ਕੱਢਣ ਦੀ ਵੀ ਕੋਈ ਕੋਸ਼ਿਸ਼ ਕਰ ਰਿਹਾ, ਉਹ ਮੈਂ ਨਹੀਂ ਹੈ, ਕੋਈ ਹੋਰ ਹੈ। ਤਾਂ ਮੈਂ ਸਮਝਦਾ ਕਿ ਇਹ ਕਾਫੀ ਖਤਰਨਾਕ ਗੱਲ ਹੈ। ਇਹਨੂੰ ਫਿਰ ਆਪਾਂ ਸਿਰਫ ਸ਼ਬਦੀਪ ਜੀ ਫਿਰ ਤਾਂ ਆਪਾਂ ਸਿਰਫ ਸਿਆਸਤ ਹੀ ਦੇਖ ਸਕਦੇ ਨਾ। ਕਰਪਸ਼ਨ ਸਾਡੇ ਵੀ ਅਸਲ ਦੇ ਵਿੱਚ ਸੋਸ਼ਲ ਤੇ ਇਕਨੋਮਿਕ ਮੁੱਦਾ ਨਹੀਂ ਹੈ, ਸਾਡੇ ਲਈ ਪੋਲੀਟੀਕਲ ਮੁੱਦਾ। ਔਰ ਜੇ ਇਹਨਾਂ ਦੀ ਪੋਲੀਟੀਕਲ ਮੁੱਦਾ ਉਹ ਏਦਾਂ ਹੀ ਲੜਨਗੇ, ਮੈਨੂੰ ਇਹਦੇ ਤੇ ਕੋਈ ਹੈਰਾਨੀ ਨਹੀਂ ਹੋਈ। ਆਪਾਂ ਉਸ ਵੇਲੇ ਤੇ ਡਿਸਕਸ ਕਰ ਰਹੇ ਹਾਂ ਕਿ ਸਿਆਸਤ ਹੋ ਰਹੀ ਆ, ਚੰਗਾ ਹੋ ਗਿਆ, ਮਾੜਾ ਹੋ ਗਿਆ, ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਦਾ ਰਿਐਕਸ਼ਨ ਆ, ਕਾਂਗਰਸ ਦਾ ਇਸ ਤਰ੍ਹਾਂ ਦਾ ਰਿਐਕਸ਼ਨ ਆ, ਬੀਜੇਪੀ ਜਿੱਤ ਸਕਦੀ ਆ, ਯੂਪੀ ਇਲੈਕਸ਼ਨ ਆ ਗਈ, ਪੰਜਾਬ ਇਲੈਕਸ਼ਨ ਆ ਗਈ, ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੋਏਗਾ। ਪਰ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਆਪਾਂ ਜ਼ਰੂਰ ਥੋੜ੍ਹਾ ਜਿਹਾ ਉਹਦੇ ਉੱਪਰ ਧਿਆਨ ਦਈਏ ਕਿ ਮਨੋਵਿਗਿਆਨਕ ਤੌਰ ਦੇ ਉੱਪਰ ਜਾਂ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਕੀ ਇੱਕ ਚੇਂਜ ਦੇਖਣ ਨੂੰ ਸਾਨੂੰ ਮਿਲੇਗਾ ਕਿ ਲੋਕ ਜਿਹੜੇ ਕਿ ਜ਼ਿਆਦਾਤਰ ਸਾਡੇ ਬਜ਼ੁਰਗਾਂ ਨੂੰ ਜਾਂ ਸਾਨੂੰ ਲੋਕਾਂ ਨੂੰ ਆਦਤ ਆ ਕਿ ਘਰ ਦੇ ਵਿੱਚ ਅਸੀਂ ਬਹੁਤ ਸਾਰਾ ਕੈਸ਼ ਹਰ ਫੈਮਿਲੀ ਰੱਖਦੀ ਆ, ਉਹਦੇ ਤੋਂ ਨਿਜਾਤ ਪਾ ਕੇ ਸਾਡੇ ਲੋਕ ਜ਼ਿਆਦਾ ਬੈਂਕਿੰਗ ਦੇ ਵੱਲ ਜਾਣਗੇ। ਅਗਰ ਜ਼ਿਆਦਾ ਪੈਸਾ ਬੈਂਕਾਂ ਦੇ ਵਿੱਚ ਔਰ ਮਾਰਕੀਟ ਦੇ ਵਿੱਚ ਸਰਕੂਲੇਟ ਹੋਏਗਾ ਤੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਵੀ ਹੋਏਗਾ। ਮੇਰਾ ਖਿਆਲ ਆ ਲੋਕਾਂ ਦੇ ਵਿੱਚ ਕੀ ਅਵੇਅਰਨੈਸ ਵਧਣ ਦੇ ਚਾਂਸਸ ਹੈਗੇ ਨੇ ਕਿ ਲੋਕ ਹੁਣ ਜੋ ਸਾਡੀ ਨਵੀਂ ਟੈਕਨੋਲੋਜੀ, ਨਵਾਂ ਸਿਸਟਮ ਜਾਂ ਜਿੱਧਰ ਨੂੰ ਪੂਰਾ ਵਿਸ਼ਵ ਜਾ ਰਿਹਾ, ਕਿ ਭਾਰਤ ਦੇ ਲੋਕ ਵੀ ਉਹਦੇ ਨਾਲ ਜੁੜਨ ਵਿੱਚ ਕਾਮਯਾਬ ਹੋਣਗੇ, ਉਹਦੇ ਨਾਲ ਜੁੜਨ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਅਜੀਤ ਜੀ ਦੇਖੋ ਹਰਪ੍ਰੀਤ ਜੀ, ਪਹਿਲਾਂ ਤਾਂ ਮੈਂ ਜਿਹੜਾ ਆਪਾਂ ਪਹਿਲਾ ਮੁੱਦਾ ਡਿਸਕਸ ਕਰ ਸੀ ਉਹਦੇ ਥੋੜਾ ਜਿਹਾ ਕੁਝ ਕਹਿਣਾ ਚਾਹਾਂਗਾ ਕਿ ਜਿਹੜਾ ਬਲੈਕ ਮਨੀ ਹੈ ਇਹਨੂੰ ਖਪਾਇਆ ਜਾਂਦਾ ਸੀ ਬੇਨਾਮੀ ਪ੍ਰਾਪਰਟੀ ਦੇ ਵਿੱਚ ਜੀ ਜਾਂ ਸੋਨੇ ਦੇ ਵਿੱਚ। ਸੋਨਾ ਖਰੀਦਣ ਦੇ ਉੱਤੇ ਅੱਜ ਕੱਲ ਇਹ ਰੋਕ ਹੈ ਕਿ 2.5 ਲੱਖ ਤੋਂ ਵੱਧ ਤੁਸੀਂ ਖਰੀਦਦੇ ਹੋ ਤੇ ਨੰਬਰ ਦੇਣਾ ਪੈਂਦਾ ਪੈਨ ਦਾ, ਤੇ ਉਹਦੀ ਛਾਣਬੀਣ ਹੋ ਸਕਦੀ ਹੈ। ਬੇਨਾਮੀ ਪ੍ਰਾਪਰਟੀ ਦੇ ਨਾਲ ਦੀ ਨਾਲ ਉਹਦੇ ਤੇ ਕਾਰਵਾਈ ਕਰਨ ਦਾ ਜਿਹੜਾ ਮੋਦੀ ਸਾਹਿਬ ਨੇ ਐਲਾਨ ਕੀਤਾ, ਇਹ ਵੀ ਇਹਦੇ ਵਰਗਾ ਹੀ ਮਾਸਟਰ ਸਟ੍ਰੋਕ ਹੋਏਗਾ। ਜੇ ਉਹਦੀ ਪੁੱਛ ਪੜਤਾਲ ਹੋ ਕੇ ਗਵਰਨਮੈਂਟ ਉਹ ਤੇ ਸਖਤ ਕਦਮ ਚੁੱਕਦੀ ਹੈ ਤਾਂ ਬਹੁਤ ਜ਼ਿਆਦਾ ਜਿਹੜੀ ਬਲੈਕ ਮਨੀ ਦੀ ਸਰਕੂਲੇਸ਼ਨ ਆ ਉਹ ਰੁਕ ਜਾਏਗੀ। ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਉਹ ਹੋਣਾ ਜ਼ਰੂਰੀ ਹੈ, ਕਿਉਂਕਿ ਜਿਹੜਾ ਪਹਿਲਾਂ ਦਾ ਵੀ ਪੈਸਾ ਬਲੈਕ ਮਨੀ ਹੈ ਲੋਕਾਂ ਨੇ ਪ੍ਰਾਪਰਟੀ ਦੇ ਵਿੱਚ ਹੀ ਰੱਖਿਆ ਹੋਇਆ ਹੈ, ਕਿਉਂਕਿ ਸਭ ਤੋਂ ਸੇਫ ਤਰੀਕਾ ਉਹ ਕਿਤੇ ਨਹੀਂ ਜਾ ਸਕਦਾ।
ਜੇ ਉਹਦੀ ਪੜਤਾਲ ਹੋ ਗਈ ਤਾਂ ਮੇਰਾ ਖਿਆਲ ਹੈ ਜਿੱਦਾਂ ਬੈਂਕਾਂ 'ਚ ਪੈਸਾ ਨਿਕਲੇਗਾ ਉਹਦੇ ਨਾਲੋਂ ਵੱਧ ਪੈਸਾ ਤੁਹਾਨੂੰ ਬੇਨਾਮੀ ਪ੍ਰਾਪਰਟੀ ਦੇ ਵਿੱਚ ਹਿੰਦੁਸਤਾਨ 'ਚੋਂ ਮਿਲ ਜਾਏਗਾ। ਦੂਸਰੀ ਜਿਹੜੀ ਗੱਲ ਕਹੀ ਹੈ ਬਿਲਕੁਲ ਲੋਕਾਂ ਦੀ ਸੋਚ ਬਦਲੇਗੀ ਔਰ ਲੋਕਾਂ ਨੂੰ ਸੋਚ ਬਦਲਣੀ ਪਏਗੀ। ਪਰ ਇਹਦਾ ਮਤਲਬ ਦੇ ਨਾਲ ਇੱਕ ਗੱਲ ਹੋਰ ਵੀ ਹੈ, ਜੇ ਅਸੀਂ ਇਹ ਕਹੀਏ ਕਿ ਲੋਕਾਂ ਕੋਲ ਬਹੁਤ ਪੈਸਾ ਜਿਹੜਾ ਘਰਾਂ 'ਚ ਗੱਠ ਬੰਨ੍ਹ ਪਿਆ ਸੀ, ਨਹੀਂ, ਲੋਕਾਂ ਕੋਲ ਜੇ ਇੰਨਾ ਪੈਸਾ ਹੋਵੇ ਤਾਂ ਫਿਰ ਹਿੰਦੁਸਤਾਨ 'ਚ ਗਰੀਬੀ ਦੀ ਗੱਲ ਹੀ ਕਿਉਂ ਹੋਵੇ। ਲੋਕਾਂ ਕੋਲ ਗੱਠਾ ਬੰਨੀ ਪੈਸਾ ਨਹੀਂ ਹੋਇਆ, ਕਿਸੇ ਨੇ 5-4 ਹਜ਼ਾਰ 10 ਜਾਂ 20 ਹਜ਼ਾਰ ਤੱਕ ਕਿਸੇ ਚੰਗੇ ਜ਼ਿਮੀਦਾਰ ਨੇ ਜਾਂ ਬਹੁਤ ਕਿਫਾਇਤ ਕਰਨ ਵਾਲੇ ਇੱਕ ਮੁਲਾਜ਼ਮ ਨੇ ਰੱਖ ਲਿਆ ਹੋਵੇ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਜ਼ਿਆਦਾ ਪੈਸਾ ਲੋਕਾਂ ਕੋਲ ਹੀ ਪੈਸਾ ਬਿਜ਼ਨਸ ਕਮਿਊਨਿਟੀ ਕੋਲ ਹੀ ਪਿਆ, ਕਿਉਂਕਿ ਉਹਨਾਂ ਨੇ ਇੱਕ ਜਿਹੜੀ ਹੈਗੀ ਪੈਰਲਲ ਇਕਨੋਮੀ ਚਲਾਈ ਹੋਈ ਸੀ। ਪਰ ਜੇ ਇਹ ਸਿਸਟਮ ਸਾਰਾ ਇਸ ਤਰ੍ਹਾਂ ਟਾਈਟ ਔਰ ਇਮਾਨਦਾਰ ਔਰ ਫੁੱਲ ਪ੍ਰੂਫ ਹੋਣ ਦੀ ਕੋਸ਼ਿਸ਼ ਚੱਲਦੀ ਰਹੇਗੀ ਤਾਂ ਉਹ ਜਿਹੜਾ ਬੈਂਕ ਮਨੀ ਦਾ ਪੈਸਾ ਹੈ ਜਾਂ ਤਾਂ ਉਹ ਡਿਸਟਰੋਏ ਹੋ ਜਾਏਗਾ, ਜਿਵੇਂ ਹੁਣ ਲੋਕਾਂ ਨੇ ਕਈ ਵਾਰ ਦਰਿਆਵਾਂ 'ਚ ਨੋਟਾਂ ਦਾ ਜਾਂਦਿਆਂ ਦੀ ਫੋਟੋ ਆਉਂਦੀ ਹੈ, ਜਾਂ ਫਿਰ ਉਹ ਜਿਹੜਾ ਪੈਸਾ ਹੈ ਕਿਸੇ ਤਰ੍ਹਾਂ ਵੀ ਵਾਈਟ ਦੇ ਵਿੱਚ ਜਿਹੜੀ ਹੈਗੀ ਮੇਨ ਸਟ੍ਰੀਮ ਇਕਨੋਮੀ 'ਚ ਆ ਜਾਏਗਾ, ਉਹਦਾ ਮੁਲਕ ਨੂੰ ਫਾਇਦਾ ਹੋਏਗਾ ਹੀ ਹੋਏਗਾ। ਜੀ ਸੀਪੀ ਸਿੰਘ ਜੀ, ਕੀ ਸਾਡੇ ਲੋਕ ਬਦਲ ਪਾਉਣਗੇ ਇਸ ਬਦਲ ਦੇ ਨਾਲ? ਕਿਉਂਕਿ ਅਰੁਣ ਜੇਤਲੀ ਜੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸਾਡੇ ਲੋਕਾਂ ਨੂੰ ਪਲਾਸਟਿਕ ਮਨੀ ਦੇ ਉੱਪਰ ਯਾਨੀ ਕ੍ਰੈਡਿਟ ਕਾਰਡ, ATM ਵਗੈਰਾ ਦੇ ਉੱਪਰ ਜਿਹੜਾ ਹੈਗਾ ਜ਼ਿਆਦਾ ਹੁਣ ਨਿਰਭਰ ਕਰਨਾ ਚਾਹੀਦਾ। ਐਜੂਕੇਸ਼ਨ ਦੀ ਬਹੁਤ ਘਾਟ ਆ। ਮੇਰਾ ਖਿਆਲ ਹੈ ਇੰਡੀਆ ਦੇ ਵਿੱਚ ਬਹੁਤ ਸਾਰੀ ਪਾਪੂਲੇਸ਼ਨ ਤਾਂ ਐਸੀ ਹੋਵੇਗੀ ਜਿਹੜੀ ਸ਼ਾਇਦ ਨਵੇਂ ਸਿਸਟਮ ਦੇ ਨਾਲ ਜੁੜਨ ਵਾਸਤੇ ਪ੍ਰਪੇਅਰ ਹੀ ਨਹੀਂ ਹੋਵੇਗੀ ਜਾਂ ਐਡੂਕੇਟ ਹੀ ਨਹੀਂ ਹੋਵੇਗੀ। ਬਿਲਕੁਲ ਕੁਲਬੀਰ ਜੀ, ਦੇਖੋ ਜਿੱਦਾਂ ਦਾ ਸਟੈਪ ਔਰ ਜਿੱਦਾਂ ਦਾ ਝਟਕਾ ਕਹੂੰਗਾ ਮੈਂ ਇੱਕ ਲੈਂਗੁਏਜ ਦੇ ਵਿੱਚ ਮੋਦੀ ਸਾਹਿਬ ਨੇ ਦਿੱਤਾ ਹੈ, ਚਾਹੇ ਉਹ ਪੋਜ਼ਿਟਿਵ ਇੰਪੈਕਟ ਲਈ ਹੋਵੇ, ਉਸ ਝਟਕੇ ਤੋਂ ਲੋਕਾਂ ਨੇ ਇੱਕ ਚੀਜ਼ ਤਾਂ ਜ਼ਰੂਰ ਸਿੱਖ ਲਈ ਹੈ ਕਿ ਜੇ ਅਸੀਂ ਡੰਪ ਕਰਕੇ ਆਪਣੇ ਕੋਲ ਇਸ ਮਨੀ ਨੂੰ ਰੱਖਾਂਗੇ ਤਾਂ ਕਦੇ ਵੀ ਕੁਝ ਵੀ ਹੋ ਸਕਦਾ ਹੈ। ਸੋ ਇਸ ਚੀਜ਼ ਨਾਲ ਤੁਸੀਂ ਅੱਜ ਜੇ ਬੈਂਕਾਂ ਦੇ ਵਿੱਚ ਲੰਬੀਆਂ ਕਤਾਰਾਂ ਦੇਖੋ ਤਾਂ ਉਸ ਕਤਾਰਾਂ ਦੇ ਵਿੱਚ ਪੜ੍ਹੇ ਲਿਖੇ ਵੀ ਲੋਕ ਨੇ, ਉਸ ਕਤਾਰਾਂ ਦੇ ਵਿੱਚ ਥੋੜੇ ਘੱਟ ਪੜ੍ਹੇ ਲੋਕ ਵੀ ਨੇ ਔਰ ਉਸ ਕਤਾਰਾਂ ਦੇ ਵਿੱਚ ਬਿਲਕੁਲ ਇਲਿਟਰੇਟ ਲੋਕ ਵੀ ਖੜੇ ਹਨ। ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਪ੍ਰੋਸੈਸ ਦਾ ਫਾਇਦਾ ਜ਼ਰੂਰ ਹੋਏਗਾ ਮੇਰੇ ਹਿਸਾਬ ਨਾਲ ਕਿ ਇਹ ਬੈਂਕ ਦੇ ਵਿੱਚ ਮਨੀ ਨੂੰ ਸਰਕੂਲੇਟ ਕਰਨਾ, ਬੈਂਕ ਦੇ ਥਰੂ ਮਨੀ ਨੂੰ ਪੈਸੇ ਨੂੰ ਅੱਗੇ ਦੇਣਾ ਕਿਸੇ ਨੂੰ ਜਾਂ ਲੈਣਾ ਬਹੁਤ ਸੇਫ ਰਹੇਗਾ। ਦੇਖੋ ਜਿੱਥੋਂ ਤੱਕ ਹਾਈ ਕਲਾਸ ਐਲੀਟ ਕਲਾਸ ਦੀ ਗੱਲ ਹੈ ਜਾਂ ਜਿਹੜੇ ਬਲੈਕ ਮਨੀ ਦੀ ਗੱਲ ਕਰਦੇ ਆ ਉਹਨਾਂ ਨੂੰ ਜ਼ਰੂਰ ਇਫੈਕਟ ਹੁੰਦਾ ਇਸ ਚੀਜ਼ ਦਾ, ਲੇਕਿਨ ਜੇ ਅਸੀਂ ਮੈਂ ਜਿਵੇਂ ਤੁਹਾਡੇ ਕੁਐਸਚਨ ਤੇ ਆਵਾਂ ਕਿ ਇੱਕ ਆਮ ਵਰਗ ਨੂੰ ਇਸ ਚੀਜ਼ ਦਾ ਫਿਊਚਰ ਦੇ ਵਿੱਚ ਅਗਰ ਉਹ ਇਹ ਚੀਜ਼ ਨੂੰ ਫੋਲੋ ਕਰਦੇ ਆ ਤਾਂ ਬਹੁਤ ਫਾਇਦਾ ਹੋਏਗਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਜਦੋਂ ਮਨੀ ਪੇ ਕਰਨੀ ਹੁੰਦੀ ਹੈ ਤਾਂ ਸਾਡੇ ਕੋਲ ਮੋਬਾਈਲ ਦੇ ਵਿੱਚ ਵੀ ਇਦਾਂ ਦੇ ਐਪਸ ਮੌਜੂਦ ਨੇ, ਸਾਡੇ ਕੋਲ ਨੈਟ ਦੇ ਵਿੱਚ ਵੀ ਹੈ, ਸਾਡੇ ਕੋਲ ATM ਫੈਸਿਲਿਟੀ ਵੀ ਹੈ। ਅਸੀਂ ਅਗਰ ATM ਨਹੀਂ ਵੀ ਕਰ ਸਕਦੇ ਯੂਜ਼ ਤਾਂ ਬੈਂਕ ਦੇ ਵਿੱਚ ਜਾ ਕੇ ਅਸੀਂ ਬੈਂਕ ਅਧਿਕਾਰੀ ਦੇ ਨਾਲ ਹੈਲਪ ਕਰਕੇ ਉਸ ਬੈਂਕ ਅਧਿਕਾਰੀ ਦੀ ਹੈਲਪ ਲੈ ਕੇ ਵੀ ਉਸ ਚੀਜ਼ ਨੂੰ ਸਰਕੂਲੇਟ ਕਰ ਸਕਦੇ ਹਾਂ। ਸੋ ਕਿਤੇ ਨਾ ਕਿਤੇ ਬਿਲਕੁਲ ਫਾਇਦਾ ਹੋਏਗਾ। ਇਹਦੇ ਵਿੱਚ ਥੋੜੀ ਜਿਹੀ ਐਡ ਆਨ ਚੀਜ਼ ਹੋਰ ਕਰਨੀ ਪਏਗੀ ਗਵਰਨਮੈਂਟ ਆਫ ਇੰਡੀਆ ਨੂੰ ਕਿ ਅਵੇਅਰਨੈਸ ਪ੍ਰੋਗਰਾਮ ਲਗਾਉਣੇ ਪੈਣਗੇ ਕਿ ਹਾਊ ਟੂ ਯੂਜ਼ ਐਪਸ, ਹਾਊ ਟੂ ਯੂਜ਼ ਨੈਟ ਬੈਂਕਿੰਗ, ਹਾਊ ਟੂ ਯੂਜ਼ ਡੈਬਿਟ ਕਾਰਡ। ਸੋ ਇਸ ਤਰ੍ਹਾਂ ਦੇ ਅਗਰ ਪ੍ਰੋਗਰਾਮ ਹੋ ਜਾਂਦੇ ਆ ਤਾਂ ਓਵਰਆਲ ਇੰਡੀਆ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਪੁਸ਼ ਮਿਲੇਗੀ ਔਰ ਮੈਂ ਸਮਝਦਾ ਕਿ ਇਹ ਚੀਜ਼ ਅੱਜ ਦੀ ਜ਼ਰੂਰਤ ਹੈ, ਕਿਉਂਕਿ ਦੇਖੋ ਜੇ ਅਸੀਂ ਸਮਾਰਟ ਮਨੀ ਯੂਜ਼ ਕਰਦੇ ਹਾਂ, ਸਮਾਰਟ ਵੇਜ਼ ਯੂਜ਼ ਕਰਦੇ ਹਾਂ ਮਨੀ ਨੂੰ ਸਰਕੂਲੇਟ ਕਰਨ ਦੇ, ਤਾਂ ਸਾਡਾ ਟਾਈਮ ਔਰ ਸਾਡਾ ਜਿਹੜਾ ਹੋਰ ਵੀ ਕਾਫੀ ਚੀਜ਼ਾਂ ਦੀ ਸੇਵਿੰਗ ਹੋ ਜਾਂਦੀ ਹੈ ਉਸ ਚੀਜ਼ ਨੂੰ ਅਪਲਾਈ ਕਰਨ ਤੇ। ਸੋ ਕਿਵੇਂ ਨਾ ਕਿਵੇਂ ਇਹ ਅਗਰ ਪ੍ਰੋਪਰ ਅਵੇਅਰਨੈਸ ਲੋਕਾਂ ਤੱਕ ਪਹੁੰਚ ਜੇ ਤਾਂ ਇਹ ਚੀਜ਼ ਬਹੁਤ ਲਾਹੇਵੰਦ ਹੋਏਗੀ ਔਰ ਲੋਕੀ ਇਹਦਾ ਫਾਇਦਾ ਲੈਣਗੇ। ਜੀ ਤੁਸੀਂ ਗੱਲ ਕੀਤੀ ਹੈ, ਆਪਾਂ ਇੱਕ ਕੰਪਨੀ ਦੀ ਗੱਲ ਕਰਦੇ ਹਾਂ। ਹਾਲਾਂਕਿ ਅਰਵਿੰਦ ਕੇਜਰੀਵਾਲ ਜੀ ਨੇ ਜਾਂ ਆਮ ਆਦਮੀ ਪਾਰਟੀ ਨੇ ਇਲਜ਼ਾਮ ਵੀ ਲਗਾਇਆ ਇਸ ਗੱਲ ਦਾ ਕਿ ਮੋਦੀ ਜੀ ਦੀ ਜਿਹੜੀ ਹੈਗੀ ਹੈ ਪੇਟੀਐਮ ਇੱਕ ਕੰਪਨੀ ਹੈ ਇੰਡੀਆ ਦੇ ਵਿੱਚ ਜਿਹੜੀ ਆਨਲਾਈਨ ਟ੍ਰਾਂਜੈਕਸ਼ਨ ਜਾਂ ਮੋਬਾਈਲ ਟ੍ਰਾਂਜੈਕਸ਼ਨ ਦੀ ਸਹੂਲਤ ਦਿੰਦੀ ਆ। ਇਹ ਵੀ ਇਲਜ਼ਾਮ ਲਗਾਇਆ ਉਹਨਾਂ 'ਤੇ ਕਿ ਉਹਨਾਂ ਦੇ ਨਾਲ ਰਲ ਕੇ ਜਿਹੜਾ ਹੈ ਇਹਦਾ ਫਾਇਦਾ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਇੱਕ ਕੱਢੀ ਉਹਦੇ ਵਿੱਚ ਮੋਦੀ ਜੀ ਦੀ ਫੋਟੋ ਲਾ ਕੇ ਉਹਨਾਂ ਦਾ ਥੈਂਕਸ ਕੀਤਾ। ਕਿਉਂਕਿ ਜੇ ਆਪਾਂ ਅੱਜ ਦੇ ਟ੍ਰੈਂਡ ਉਹਦੇ ਦੇਖੀਏ ਤਾਂ 700% ਦੇ ਕਰੀਬ ਜਿਹੜੇ ਉਹਦੇ ਵਿੱਚ ਜਿਹੜੀਆਂ ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜਿਹੜੀ ਉਹਨਾਂ ਦੀ ਐਪ ਡਾਊਨਲੋਡ ਹੋਈ ਆ, ਲੋਕਾਂ ਨੇ ਪੇਟੀਐਮ ਡਾਊਨਲੋਡ ਕੀਤੀ ਹੈ, ਕਿਉਂਕਿ ਇਸ ਕ੍ਰਾਈਸਿਸ ਦੇ ਵਿੱਚ 700% ਦੇ ਕਰੀਬ ਉਹਨਾਂ ਦੀ ਉਹ ਜਿਹੜੀ ਲੋਕਾਂ ਨੇ ਡਾਊਨਲੋਡ ਵਧਿਆ ਤੇ 1000% ਜਿਹੜੀ ਹੈਗੀ ਆ ਕੰਪਨੀ ਦੀ ਗਰੋਥ ਹੋਈ ਆ ਪਿਛਲੇ 4 ਦਿਨਾਂ ਦੇ ਵਿੱਚ। ਇੱਥੋਂ ਇੱਕ ਤਾਂ ਗੱਲ ਸਪਸ਼ਟ ਹੈਗੀ ਕਿ ਬਹੁਤ ਸਾਰੇ ਲੋਕ
इस गल तो जाणू सी कि आपां टैक्नोलॉजी नूं पैसे वास्ते किद्दां वरतना, पर वरत नहीं रहे सी शायद किसी तरीके। और एक इलैक्ट्रॉनिक सिस्टम का जां प्लास्टिक मनी का जां ऑनलाइन ट्रांजैक्शन का एक फायदा जरूर है कि जिन्नी भी ट्रांजैक्शन इन्हां दे विच होवेगी वो सारी वाइट होवेगी, हर चीज़ का हिसाब गौरमेंट के कोल होवेगा और ये बहुत ही पारदर्शी सिस्टम इंडिया दे विच शुरू हो जाएगा। दिलराज जी देखो कुलवीर जी, हजे तक जो सरकारी आंकड़े आंदे पे वो आंदे पे सीगे कि 20 तो 25% बैंकिंग इंडस्ट्री पर निर्भर है, 70 तो 75% जी आबादी हैगी है, 75 तो 80 मैं कहांगा नेगेटिव कैश ट्रांजैक्शन ही करके राजी है। ते पूरी दुनिया दे विच आंकड़े है 70-80% बैंकिंग ते 20-25-30% कैश ट्रांजैक्शन। ते सरकार किते ना किते चाहती हैगी है कि जो दुनिया दे विच चलदा पिया उदा ही चले, ओदा डबल फायदा। अज लोग कहते हैं पेटीएम नूं फायदा हुंदा पिया, पर जे आपां सीधा डायरैक्ट तौर पर देखिए पेटीएम दी जिन्नियां ट्रांजैक्शन होणगियां वो किते ना किते ऑनलाइन होणगियां, बैंकिंग दे नाल जुड़ियां होणगियां, उन्ना पैसा बैंकां तो घुमेगा ते सरकार सीधे तौर पर जिहड़ा पैसा बैंकां तो घुमेगा उहदे तो टैक्स लै सकदी है। सरकार सीधा पैसा जिहड़ा बैंकां च घुमेगा सरकार दी निगरानी हेठ घुमेगा। सरकार नूं हर चीज़ एक पैन कार्ड पाया बैंक दे विच ते हर चीज़ हर बंदे दी कल्ले कल्ले बंदे दी डिटेल सामने आ जाएगी। ते मैं कहांगा पेटीएम नूं फायदा हुंदा नहीं हुंदा वो अद्ध चीज़ है। जे बैंकिंग ट्रांजैक्शन या ऑनलाइन ट्रांजैक्शन या जी इलैक्ट्रॉनिक ट्रांजैक्शन जे वधदी हैगी है तो सरकार नूं बहुत वड्डे लैवल ते उहदा फायदा होएगा, क्योंकि 10% आबादी सिर्फ टैक्स देंदी पई है अज दी डेट में। ये जी 10% आबादी ये वध के 40-50% बड़े आराम दे नाल हो सकती है। स्वीडन पहला कंट्री दुनिया का बन गया जिथे सिर्फ तो सिर्फ प्लास्टिक मनी चलती पई है। तो मैं कहूँगा जे इंडिया ये स्टार्ट करे तो इंडिया नूं वो प्लास्टिक मनी पूरी इंडिया दे विच चलाण नूं 50 साल लगणगे, पर स्टार्ट कितों करना पैना सीगा ते ये सब तो वधिया महत्वपूर्ण कदम है स्टार्ट करन दा। जे आपां गल करिए पैंथम दी ते पिछले दिनों के जिदन तो क्राइसिस आया 50 लाख ट्रांजैक्शनस ਜਿਹੜੀਆਂ ਹੈਗੀਆਂ ਪੈਨਸ਼ਨ ਦੇ ਥਰੂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਵਰਗ ਜਿਹੜਾ ਸੀ ਉਹ ਕੈਪੇਬਲ ਸੀਗਾ ਇਲੈਕਟ੍ਰੋਨਿਕ ਸਿਸਟਮ ਨੂੰ ਯੂਜ਼ ਕਰਨ ਵਾਸਤੇ। 8.5 ਲੱਖ ਬਿਜ਼ਨਸਮੈਨ ਜਿਹੜਾ ਹੈਗਾ, ਚਾਹੇ ਉਹ ਕੈਬ ਵਾਲਾ ਹੋਵੇ, ਰੈਸਟੋਰੈਂਟ ਵਾਲਾ ਹੋਵੇ, हॉस्पिटल वाला होवे जां बहुत तरह के बिजनेस जिहड़े सी वो पैंथम दे नाल रजिस्टर्ड सी, जिहड़े पैंथम तो सॉरी पेटीएम तो जिहड़ी हैगी वो पेमेंट लै सकदे सीगे और बहुत सारे लोगों ने इहदा फायदा भी लिया। इहदा एक दूसरा होर आपां नूं इंपैक्ट देखण नूं मिलिया कि पेटीएम ने अनाउंस किया कि 10,000 नवे एजेंट जिहड़े हैगे इमीडिएट उन्होंने हायर किए ने ते इहदे नाल एक जॉब अपॉर्चुनिटी भी जिहड़ी हैगी आ वड्डे लैवल दे उपर वधी है जी। शबदीत जी देखो कुलवीर जी, जो कुछ नवा वापरदा वा तां उहदे कुछ फायदे ते कुछ नुकसान लोकां नूं होणगे कुदरती तौर ते, कुछ नवे किस्म के बिजनेस भी इहदे तो पैदा हो जांदे ने। शबदीत जी मैनूं लग रहा कि शबदीत जी की कॉल डिसकनैक्ट हो गई है। मैं टैक्नीकल टीम नूं कहांगा कि प्लीज़ शबदीत जी नूं मेरे नाल जोड़ देण, साडे कोल समा बहुत थोड़ा इस करके मैं एक सवाल जिहड़ा मैं होर लैना चाहुंदा सीगा, समा साडा हो चुक्या पर असीं 2-3 मिनट होर गलबात कर सकते हैं। एक होर सवाल सीगा कि जिन्नी भी नकली करंसी 500 दी और 1000 दी इंडिया दे विच सर्कुलेट हो रही सी और ये भी गल की जा रही सी कि जम्मू कश्मीर दे विच टैररिज्म नूं बढ़ावा देण वास्ते पाकिस्तान तो बहुत सारी नकली करंसी, जे असीं इहनूं पॉलिटिक्स नाल ना जोड़ के देखिए, दोनों देशों के आपसी संबंधां दे नाल ना जोड़ के देखिए तो सीधा देखिए तो ये असीं हर बंदा जानदा है कि बहुत सारी जिहड़ी 500 ते 1000 दे नोटां दी नकली करंसी जिहड़ी हैगी आ वो मार्केट दे विच सर्कुलेट दे विच सी। जिथे ब्लैक मनी निकल के बैंकां दे विच गई आ उत्थे बहुत सारी जिहड़ी नकली करंसी हैगी आ वो भी जिहड़ी डिस्ट्रॉय हो गई है। शायद एक बहुत बड़ा साडे देश नूं दो तरीके नाल फायदा देण वाली गल हैगी कि एक ते जिहड़ी हैगी नकली करंसी मार्केट विचों बंद होएगी, दूजा जिहड़े गलत लोग जिहड़े गलत कम्मां वास्ते नकली करंसी की वरतों करते आ वो टैररिज्म होवे जां नशा होवे जां समगलिंग होवे जां जिन्ने भी गलत तरीके के कारोबार हैगे उन्हां नूं चलाउण वाले लोग जिहड़ी फेक करंसी वरतदे सी उन्हां दे जिहड़े काम हैगे आ वो एक बार तो जरूर ब्रेक लग जाएगी। उस तो बाद
जद तक मेरा ख्याल है कि साडी जिहड़ी कंट्री हैगी है जां 50 दिनों के विच एक पूरा साइकिल जिहड़ा हैगा जिहड़ा वो पूरा कंप्लीट कर लेगी। शबदीत जी मेरे नाल जुड़ चुके हैं। शबदीत जी मेरा ख्याल शबदीत जी मेरे नाल नहीं जुड़े इस वेले। हुण समा नहीं है कि असीं प्रोग्राम नूं होर अगे वधाईए। चलदे चलदे अगर कोई मेरा पैनलिस्ट दोस्त फेक करंसी ते टैररिज्म जां नशे नाल जुड़े हुए लोगों के पैसे दे बर्बाद होने के उपर कोई गल करनी चाहे तो। बिल्कुल थिंद साहब, देखो जी पहला भी गल चल रही सी कि पे टाइम नूं फायदा देने वास्ते, ਇਹਦਾ ਕੱਲ ਨੂੰ ਕੋਈ ਕਹਿ ਸਕਦਾ ਕਿ ਕੰਪਿਊਟਰਾਈਜੇਸ਼ਨ ਹੋ ਰਹੀ ਹੈ ਮਾਈਕਰੋਸਾਫਟ ਨੂੰ ਫਾਇਦਾ ਦੇਣ ਵਾਸਤੇ। ਮੇਰੇ ਖਿਆਲ ਇਸ ਗੱਲ ਦਾ ਕੋਈ ਖਾਸ ਮਹੱਤਵ ਨਹੀਂ ਹੈਗਾ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਾਫੀ ਹੱਦ ਤੱਕ ਜਿਹੜੀ ਫੇਕ ਕਰੰਸੀ ਆ ਉਹਨੂੰ ਇਹਦੇ ਨਾਲ ਜਿਹੜਾ ਹੈਗਾ ਬਿਲਕੁਲ ਉਹਦਾ ਸਫਾਇਆ ਹੋ ਜਾਏਗਾ, ਭਾਵੇਂ ਹੌਲੀ ਹੌਲੀ ਕੀ ਹੁੰਦਾ ਬਾਅਦ ਦੇ ਵਿੱਚ ਬਾਅਦ ਦੀ ਗੱਲ ਹੈ ਤੇ ਕਾਫੀ ਫਾਇਦਾ ਹੋਏਗਾ। ਇੱਕ ਦਿਲਰਾਜ ਜੀ ਨੇ ਗੱਲ ਕੀਤੀ ਸੀ ਕਿ ਦੇਰ ਲੱਗ ਸਕਦੀ ਹੈ ਇਹ ਚੀਜ਼ ਨੂੰ ਜਿਹੜੀ ਹੈਗੀ ਆਨਲਾਈਨ ਬੈਂਕਿੰਗ ਨੂੰ। ਮੇਰੇ ਖਿਆਲ ਹੈ ਹਿੰਦੁਸਤਾਨ ਦੇ ਵਿੱਚ ਫੋਨ ਮੋਬਾਈਲ ਫੋਨ ਵਰਤਣ ਵਾਲੇ ਦੀ ਗਿਣਤੀ ਦੁਨੀਆ 'ਚ ਸਭ ਤੋਂ ਵੱਧ ਹੈ। ਜੇ ਲੋਕ ਹੋਰ ਸੋਸ਼ਲ ਮੀਡੀਆ ਵਾਸਤੇ ਵਰਤ ਸਕਦੇ ਨੇ ਤਾਂ ਬੜਾ ਛੇਤੀ ਲੋਕ ਇਸ ਚੀਜ਼ ਵਾਸਤੇ ਵੀ ਸਿੱਖ ਜਾਣਗੇ ਕਿ ਜਿਹੜੇ ਹੈਗੀ ਉਹ ਮੋਬਾਈਲ ਫੋਨ ਤੋਂ ਜਿਹੜਾ ਆਨਲਾਈਨ ਬੈਂਕਿੰਗ ਕਿਵੇਂ ਕਰਨੀ ਹੈ। ਇਹਦੇ ਵਾਸਤੇ ਬਹੁਤ ਦੇਰ ਲੱਗਣ ਵਾਲੀ ਗੱਲ ਨਹੀਂ, ਲੋਕ ਛੇਤੀ ਸਿੱਖ ਜਾਣਗੇ ਔਰ ਇਹਦੇ ਨਾਲ ਕਿੰਨਾ ਹੀ ਟਾਈਮ ਲੋਕਾਂ ਦਾ ਜਿਹੜਾ ਬਚ ਜਾਏਗਾ ਇਹ ਜੇ ਕੈਲਕੂਲੇਟ ਕਰੀਏ ਬਹੁਤ ਵੱਡੀ ਮਾਤਰਾ ਹੋ ਜਾਏਗੀ। ਜੀ ਸ਼ਬਦੀਤ ਜੀ ਮੇਰੇ ਨਾਲ ਜੁੜ ਚੁੱਕੇ ਨੇ। ਸ਼ਬਦੀਤ ਜੀ हाँ जी हाँ जी हाँ जी शबदीत जी समा प्रोग्राम का हो चुका है, प्लीज़ तुसीं अपनी गल कंप्लीट करो जी। मैं कुलदीप जी ਉਹੀ ਕਹਿੰਦਾ ਸੀ ਕਿ ਜਦੋਂ ਕੋਈ ਇਦਾਂ ਦਾ ਸੰਕਟ ਵਾਪਰਦਾ ਉਹਦੇ ਚ ਕੁਝ ਨਵੇਂ ਵਰਤਾਰੇ ਵੀ ਸਾਹਮਣੇ ਆ ਜਾਂਦੇ। ਪੇਟੀਐਮ ਵੀ ਇੱਕ ਨਵਾਂ ਵਰਤਾਰਾ ਹੀ ਹੈ, ਇਹਦਾ ਫੈਲਾਅ ਹੋ ਜਾਏਗਾ ਇਸ ਬਹਾਨੇ, ਪਰ ਉਹਦਾ ਫੈਲਾਅ ਕਰਨ ਲਈ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਹੋਵੇ ਇਸ ਲੈਵਲ ਤੇ ਜਾ ਕੇ ਗੱਲ ਕਰਨੀ ਮੈਂ ਇਹਨੂੰ ਬਹੁਤਾ ਜਸਟੀਫਾਈਡ ਨਹੀਂ ਸਮਝਦਾ। ਮੈਂ ਸਿਰਫ ਇੱਕੋ ਗੱਲ ਆਖਰ ਦੇ ਵਿੱਚ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਕਰੰਸੀ ਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਲੋਕਾਂ ਨੇ ਨਗਦੀ ਇਸ ਕਰਕੇ ਬਹੁਤ ਸੰਭਾਲ ਲਈ ਕਿਉਂਕਿ ਨੋਟ ਵੱਡੇ ਸੀ, ਤਾਂ ਸਵਾਲ ਉੱਠਦਾ ਇਸੇ ਕਰਕੇ ਲੋਕ ਸਵਾਲ ਵੀ ਉਠਾ ਰਹੇ ਕਿ ਫਿਰ 2000 ਦਾ ਨੋਟ ਕਿਉਂ ਦਿੱਤਾ ਗਿਆ। ਇਹ ਗੱਲਾਂ ਕਰਨ ਦੀ ਬਜਾਏ ਮੈਂ ਇੱਕੋ ਗੱਲ ਐਂਡ ਦੇ ਵਿੱਚ ਕਹਿਣੀ ਚਾਹੁੰਦਾ ਕਿ ਕਾਲਾ ਧਨ ਜਿੱਥੋਂ ਪੈਦਾ ਹੁੰਦਾ ਉਹਦਾ ਨਾਮ ਹੈ ਟੈਕਸ ਦੀ ਚੋਰੀ। ਹਾਲੇ ਸਿਰਫ ਅਸੀਂ ਚੋਰੀ ਕੀਤੇ ਟੈਕਸ ਦੀ ਨਗਦੀ ਦੇ ਵਿੱਚ ਜੋ ਰਕਮ ਪਈ ਆ ਉਹਦੇ ਉੱਤੇ ਕੰਟਰੋਲ ਕਰ ਸਕੇ ਹਾਂ, ਪਰ ਚੋਰੀ ਕਰਕੇ ਜਿਹੜਾ ਪੈਸਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਨਵਰਟ ਕਰ ਦਿੱਤਾ ਗਿਆ ਵਾ ਜਾਂ ਕੱਲ ਨੂੰ ਚੋਰੀ ਕਰਕੇ ਤੁਸੀਂ ਉਸ ਪੈਸੇ ਨੂੰ ਇੱਧਰ ਉੱਧਰ ਕਰਨ ਦੀ ਸੰਭਾਵਨਾ ਰੱਖ ਸਕਦੇ ਹੋ। ਅਸਲ ਦੇ ਵਿੱਚ ਟੈਕਸ ਚੋਰੀ ਜਿੰਨਾ ਚਿਰ ਨਹੀਂ ਰੁਕਦੀ ਉਨੀ ਦੇਰ ਤੱਕ ਗੱਲ ਬਣ ਨਹੀਂ ਵਾਲੀ। ਅੱਜ ਇੱਕ ਗੱਲ ਐਂਡ ਦੇ ਵਿੱਚ ਮੈਂ ਇਹ ਕਹਿਣੀ ਚਾਹੁੰਦਾ ਕਿ ਬੇਸ਼ੱਕ ਅਸੀਂ ਕਹੀਏ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਫੈਲਾਅ ਹੋ ਗਿਆ ਇੰਟਰਨੈਟ ਦਾ, ਬਹੁਤ ਵੱਡੀ ਪੱਧਰ ਦੇ ਉੱਤੇ ਮੋਬਾਈਲ ਜਾਂ ਫੋਨ ਦਾ ਇਸਤੇਮਾਲ ਹੋ ਗਿਆ, ਪਰ ਅਸੀਂ ਇਹ ਨਾ ਭੁੱਲੀਏ ਕਿ ਅਸੀਂ ਜਿਸ ਪੰਜਾਬ ਦੇ ਵਿੱਚ ਬੈਠੇ ਹਾਂ ਸਾਰਾ ਮੁਲਕ ਪੰਜਾਬ ਵਰਗਾ ਨਹੀਂ, ਔਰ ਜਦੋਂ ਬਹੁਤ ਵੱਡਾ ਫੈਲਾਅ ਅਸੀਂ ਗਿਣਦੇ ਹਾਂ ਉਹ 1.25 ਅਰਬ ਦੀ ਆਬਾਦੀ ਦੇ ਲਿਹਾਜ਼ ਨਾਲ ਫੈਲਾਅ ਨੂੰ ਗਿਣਦੇ ਹਾਂ, ਪਰ ਉਸ ਹਿੱਸੇ ਨੂੰ ਅਸੀਂ ਭੁੱਲੀਏ ਨਾ ਜਿਹਦੇ ਤੱਕ ਸ਼ਾਇਦ ਅਜੇ ਟੀਵੀ ਵੀ ਨਹੀਂ ਪਹੁੰਚਿਆ। ਔਰ ਜਦੋਂ ਨਕਸਲਾਈਟ ਮੂਵਮੈਂਟ ਨਾਲ ਨਜਿੱਠਣ ਦੀਆਂ ਗੱਲਾਂ ਜੰਗਲ ਖੇਤਰ ਦੇ ਵਿੱਚ ਕਰਦੇ ਨੇ ਤਾਂ ਉਦੋਂ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਕਿਉਂਕਿ ਟੀਵੀ ਪਹੁੰਚਾਓ, ਜਦੋਂ ਟੀਵੀ ਪਹੁੰਚ ਜਾਏਗਾ ਤਾਂ ਲੋਕੀ ਨਕਸਲਵਾੜੀ ਜਿਹੜੇ ਮਾਓਇਸਟ ਨੇ ਉਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਣਗੇ। ਉਹ ਥਾਵਾਂ ਅਜੇ ਬਹੁਤ ਨੇ ਸਾਡੇ ਦੇਸ਼ ਦੇ ਵਿੱਚ। ਅਸਮਾਨਤਾ ਜੇ ਦੂਰ ਨਹੀਂ ਕੀਤੀ ਜਾਂਦੀ ਤਾਂ ਤੁਸੀਂ ਜਿਹੜੀ ਹੈ ਨਾ ਕਰੰਸੀ ਤੋਂ ਬਿਨਾਂ ਸਿਸਟਮ ਚਲਾਉਣ ਦੀ ਅਸੀਂ ਗੱਲ ਕਰਦੇ ਉਹ ਸ਼ਾਇਦ ਪ੍ਰੈਕਟੀਕੇਬਲ ਨਹੀਂ, ਔਰ ਪ੍ਰੈਕਟੀਕੇਬਲ ਇਹ ਵੀ ਕਿਉਂ ਕਦੇ ਬਣ ਨਹੀਂ ਸਕਦਾ, ਪਰ ਕਦੋਂ ਬਣੇਗਾ ਜਦੋਂ ਘੱਟੋ ਘੱਟ ਅਸੀਂ ਸਾਰੇ ਸੈਕਸ਼ਨ ਨੂੰ ਬੇਸ਼ੱਕ ਅਮੀਰੀ ਗਰੀਬੀ ਦਾ ਪਾੜਾ ਮੌਜੂਦ ਰਹੇ ਪਰ ਇਸ ਲੈਵਲ ਤੇ ਤਾਂ ਸਾਨੂੰ ਘੱਟੋ ਘੱਟ ਲੈ ਕੇ ਆਓਗੇ ਤੁਸੀਂ, ਫਿਰ ਜਾ ਕੇ ਹੀ ਗੱਲ ਬਣੂਗੀ। ਜਾਂ ਫਿਰ ਇਹ ਆ ਕਿ ਤੁਹਾਨੂੰ ਪੂਰਾ ਸਿਸਟਮ ਬਦਲਣਾ ਪਏਗਾ ਜਿਹਦੇ ਵਿੱਚ ਸਾਰਿਆਂ ਦੀ ਬਰਾਬਰੀ ਦਾ ਕੰਸੈਪਟ ਹੋਵੇ, ਜਿਹਨੂੰ ਸੋਚ ਵਿਜਨ ਜਾਂ ਕਮਿਊਨਿਜ਼ਮ ਕਹਿੰਦੇ, ਤਾਂ ਜਾ ਕੇ ਹੋਏਗਾ। ਪਰ ਉਹਦਾ ਬਹੁਤ ਦੂਰ ਦੀਆਂ ਗੱਲਾਂ। ਪਰ ਹਾਲ ਦੀ ਘੜੀ ਤੁਸੀਂ ਇੱਕ ਸੈਕਸ਼ਨ ਜਿਹੜਾ ਬਹੁਤ ਪਿੱਛੇ ਖੜਾ ਉਹਨੂੰ ਅੱਗੇ ਲਿਆ ਕੇ ਨਵੇਂ ਸੰਸਾਰ ਨਾਲ ਜੋੜਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਪਲਾਸਟਿਕ ਮਨੀ ਨਾਲ ਪੂਰਾ ਸੰਸਾਰ ਚਲਾ ਲਾਂਗੇ। ਇੰਡੀਆ ਤੇ ਅਜੇ ਮੰਜ਼ਿਲ ਕਾਫੀ ਮੇਰੇ ਮੁਤਾਬਕ ਦੂਰ ਹੈ, ਔਰ ਟੈਕਸ ਦੀ ਚੋਰੀ ਉਨੀ ਦੇਰ ਤੱਕ ਜ਼ਰੂਰ ਚੱਲੇਗੀ ਜਦੋਂ ਤੱਕ ਅਸੀਂ ਸੰਭਾਵਨਾਵਾਂ ਰੱਖੀਆਂ ਹੋਈਆਂ। 2000 ਦਾ ਨੋਟ ਸ਼ਾਇਦ ਇਹਨਾਂ ਲੋਕਾਂ ਨੂੰ ਵੱਧ ਸਹੂਲਤ ਪੈਦਾ ਕਰ ਸਕੇ। ਜੀ ਸਮਾਂ
ਜਿਹੜਾ ਕਾਫੀ ਉੱਪਰ ਹੋ ਚੁੱਕਿਆ। ਦਰਸ਼ਕਾਂ ਤੋਂ ਇਜਾਜ਼ਤ ਚਾਹਾਂਗਾ। ਉਸ ਤੋਂ ਪਹਿਲਾਂ ਸੀਪੀ ਸਿੰਘ ਜੀ, ਅਜੀਤ ਜੀ, ਸ਼ਬਦੀਤ ਜੀ, ਦਿਲਰਾਜ ਜੀ, ਮੈਂ ਤੁਹਾਡਾ ਸਭ ਦਾ ਪੱਖ ਦੀਆਂ ਖਬਰਾਂ ਵਿੱਚ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ। ਜਿਹੜੇ ਕਾਲਰਸ ਨੇ ਸਾਨੂੰ ਕਾਲ ਕਰਕੇ ਪਾਰਟਿਸਿਪੇਟ ਕੀਤਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਹੀ ਇਜਾਜ਼ਤ ਚਾਹਾਂਗਾ ਜੀ ਪ੍ਰੋਗਰਾਮ ਸਮਾਪਤ ਕਰਨ ਦੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।